हाँ जी दोस्तों, सब तो पहला साਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਡਿਸਕਸ ਕਰਾਂਗੇ ਅਸਿਸਟੈਂਟ ਸੁਪਰਡੈਂਟ ਆਫ ਜੇਲ੍ਹ ਦੇ ਪੇਪਰ ਦੇ ਵਿੱਚ ਜਿਹੜੇ ਕਿ ਕੁਆਂਟ ਦੇ ਕੁਐਸਚਨਸ ਆਏ ਹੈਗੇ, ਉਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਤੇ ਉਹਨਾਂ ਦੀ ਆਨਸਰ ਕੀ ਆਪਾਂ ਤਿਆਰ ਕਰਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਜਿਹੜਾ ਕੁਆਂਟ ਦਾ ਕੁਐਸਚਨ ਹੈ, ਉਹ ਆਪਣਾ ਥਰਡ ਕੁਐਸਚਨ ਤੋਂ ਸਟਾਰਟ ਹੋ ਰਿਹਾ ਹੈ। ਥਰਡ ਕੁਐਸਚਨ ਦੇ ਵਿੱਚ ਕੀ ਕਹਿ ਰਿਹਾ, ਆਫਟਰ ਗੈਟਿੰਗ ਟੂ ਸਕਸੈਸਿਵ ਡਿਸਕਾਊਂਟਸ ਏ ਪਰਸ ਵਿਦ ਲਿਸਟ ਪ੍ਰਾਈਸ ਆਫ 200 ਰੁਪਏ ਇਜ਼ ਅਵੇਲੇਬਲ ਐਟ ਰੁਪੀਜ਼ 123। 200 ਰੁਪਏ ਵਾਲਾ ਪਰਸ ਮਤਲਬ 123 ਚ ਮਿਲ ਗਿਆ। ਇਫ ਦਾ ਸੈਕਿੰਡ ਡਿਸਕਾਊਂਟ ਇਜ਼ 25%, ਫਾਈਂਡ ਦਾ ਫਸਟ ਡਿਸਕਾਊਂਟ। ਇਹਦਾ ਮਤਲਬ ਦੋ ਡਿਸਕਾਊਂਟ ਲੱਗਿਆ ਉਹਦੇ ਉੱਪਰ, ਤਾਂ ਜਦੋਂ ਵੀ ਦੋ ਡਿਸਕਾਊਂਟ ਹੁੰਦੇ ਆਪਾਂ ਕੰਸੈਪਟ ਯੂਜ਼ ਕਰ ਦਿਆਂਗੇ ਪਰਸੈਂਟੇਜ ਨੈਟ ਚੇਂਜ ਦਾ। ਮਤਲਬ ਸਕਸੈਸਿਵ ਡਿਸਕਾਊਂਟ ਦਾ ਆਪਾਂ ਨੈਟ ਚੇਂਜ ਦਾ ਕੰਸੈਪਟ ਯੂਜ਼ ਕਰਾਂਗੇ। ਤਾਂ ਉਹਦੇ ਵਿੱਚ ਕੀ ਹੁੰਦਾ ਹੈਗਾ, ਜਦੋਂ ਵੀ ਆਪਾਂ ਮਾਰਕੀਟ ਪ੍ਰਾਈਸ ਦੇ ਉੱਪਰ ਡਿਸਕਾਊਂਟ ਲਗਾਉਂਦੇ ਆ ਤਾਂ ਆਪਾਂ ਨੂੰ ਕੀ ਮਿਲਦਾ ਉੱਥੋਂ, ਸੈਲਿੰਗ ਪ੍ਰਾਈਸ। ਹੁਣ ਆਪਾਂ ਨੂੰ ਮਾਰਕੀਟ ਪ੍ਰਾਈਸ ਤੇ ਸੈਲਿੰਗ ਪ੍ਰਾਈਸ ਦੋਨੋਂ ਦਿੱਤੇ ਹੈ ਤੇ ਉਹਨਾਂ 'ਚ ਇੱਕ ਡਿਸਕਾਊਂਟ ਦਿੱਤਾ ਹੈਗਾ। ਇਹਦਾ ਮਤਲਬ ਆਪਾਂ ਨੇ ਦੂਸਰਾ ਡਿਸਕਾਊਂਟ ਫਾਈਂਡ ਕਰ ਲੈਣਾ ਪਰਸੈਂਟੇਜ ਨੈਟ ਚੇਂਜ ਨੂੰ ਯੂਜ਼ ਕਰਕੇ। ਤਾਂ ਆਪਾਂ ਉਹਨੂੰ ਕਿਵੇਂ ਯੂਜ਼ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਨੂੰ ਦਿੱਤਾ ਹੋਇਆਗਾ ਮਾਰਕੀਟ ਪ੍ਰਾਈਸ ਕਿੰਨਾ ਗਾ 200। 200 ਦੇ ਉੱਪਰ ਆਪਾਂ ਡਿਸਕਾਊਂਟ ਅਪਲਾਈ ਕਰਦੇ ਹਾਂ। ਡਿਸਕਾਊਂਟ ਕਿਵੇਂ, ਮੰਨ ਲਓ ਜੇ 20% ਦਾ ਡਿਸਕਾਊਂਟ ਤਾਂ 100 ਦੇ ਵਿੱਚੋਂ 20 ਮਾਈਨਸ ਕਰਕੇ 80% ਲੈਂਦੇ ਆ, ਤਾਂ ਇੱਥੇ ਇੱਕ ਡਿਸਕਾਊਂਟ ਤਾਂ ਹੈਗਾ 25%, ਤਾਂ ਕਿੰਨਾ ਰਹਿ ਜਾਊਗਾ ਉਹਦਾ 75%, ਮਤਲਬ 75/100। ਦੂਸਰਾ, ਸਪੋਜ਼ ਕਰੋ ਜਿਹੜਾ ਡਿਸਕਾਊਂਟ ਤੋਂ ਬਾਅਦ ਹੈ ਉਹ ਡੀ ਰਹਿ ਗਿਆ, ਡਿਸਕਾਊਂਟ ਤੋਂ ਬਾਅਦ ਵੈਲਿਊ ਡੀ ਰਹਿ ਗਈ ਅਪੋਨ 100 ਇਕੁਅਲ ਟੂ ਦੇ ਵਿੱਚ ਆਪਾਂ ਨੂੰ ਵੈਲਿਊ ਦਿੱਤੀ ਹੋਈ ਹੈ 123। ਤਾਂ ਆਪਾਂ ਇਹਦੀ ਕੀ ਕਰਾਂਗੇ, ਕਟਿੰਗ ਕਰ ਦਾਂਗੇ। 0 ਨਾਲ 0 ਦੀ ਕਟਿੰਗ ਹੋ ਗਈ। ਉਸ ਤੋਂ ਬਾਅਦ 75 ਦੀ ਕਰ ਦਿਓ, ਉੱਪਰ ਆ ਜਾਏਗਾ 3, ਨੀਚੇ ਆ ਜਾਏਗਾ 4, ਫਿਰ ਇਹਦੀ 2 ਨਾਲ ਕਰ ਦਿਓ, ਫਿਰ 3 ਦੀ ਇਹਦੇ ਨਾਲ ਕਰਾਂਗੇ 41। ਤਾਂ ਮਤਲਬ ਇੱਥੋਂ ਡੀ ਦੀ ਵੈਲਿਊ ਆ ਜਾਏਗੀ 82। ਇਹਦਾ ਮਤਲਬ ਇਸ ਡੀ ਦੀ ਜਗ੍ਹਾ ਤੇ 82 ਆਇਆ। 82 ਕਦੋਂ ਆਊਗਾ, ਜਦੋਂ ਡਿਸਕਾਊਂਟ ਆਪਾਂ ਨੂੰ ਮਿਲ ਜੂਗਾ, ਜਦੋਂ ਵੀ ਆਪਾਂ ਨੂੰ ਡਿਸਕਾਊਂਟ ਮਿਲੇਗਾ 18% ਦਾ। ਇਹਦਾ ਮਤਲਬ ਜਦੋਂ ਵੀ 18% ਦਾ ਡਿਸਕਾਊਂਟ ਹੋਏਗਾ ਉਦੋਂ ਆਪਣੇ ਕੋਲੇ ਇੱਥੇ ਡੀ ਦੀ ਵੈਲਿਊ 82 ਆਈ ਹੋਏਗੀ। ਤਾਂ ਆਪਣਾ ਆਨਸਰ ਆ ਗਿਆ 18%। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈਗਾ ਫੋਰਥ ਕੁਐਸਚਨ। ਫੋਰਥ ਕੁਐਸਚਨ ਦੇ ਵਿੱਚ ਕੀ ਹੈਗਾ, ਕੰਪਾਊਂਡ ਇੰਟਰਸਟ ਦੀ ਆਪਾਂ ਨੂੰ ਵੈਲਿਊ ਦਿੱਤੀ ਹੋਈ ਹੈਗੀ ਤੇ 4 ਸਾਲ ਦਾ ਕੁਐਸਚਨ ਹੈ। ਤਾਂ ਜਦੋਂ ਵੀ ਕੰਪਾਊਂਡ ਇੰਟਰਸਟ 4 ਸਾਲ ਦੀ ਫਾਰਮ 'ਚ ਆਉਂਦਾ ਤਾਂ ਆਪਾਂ ਇਹਦੇ ਲਈ ਵੀ ਨੈਟ ਚੇਂਜ ਯੂਜ਼ ਕਰਾਂਗੇ। ਪਰਸੈਂਟੇਜ ਨੈਟ ਚੇਂਜ ਕੰਪਾਊਂਡ ਇੰਟਰਸਟ ਦੇ ਕੁਐਸਚਨ ਦੇ ਵਿੱਚ ਕਿੱਦਾਂ ਯੂਜ਼ ਹੁੰਦਾ ਹੈਗਾ, ਜਿਵੇਂ ਮੰਨ ਲਓ ਇੱਥੇ ਆਪਣੇ ਕੋਲੇ ਪ੍ਰਿੰਸੀਪਲ ਹੈ, ਉਸ ਤੋਂ ਬਾਅਦ ਪ੍ਰਿੰਸੀਪਲ ਦੇ ਉੱਪਰ ਸਾਰੇ ਆਪਾਂ ਨੇ ਰੇਟ ਲਗਾ ਲੈਣੇ। ਇੱਥੇ ਰੇਟ ਕੰਸੈਪਟ ਨੈਟ ਚੇਂਜ ਦਾ ਯੂਜ਼ ਕਰਕੇ ਰੇਟ ਮਲਟੀਪਲਾਈ ਕਰਕੇ ਇਕੁਅਲ ਟੂ ਦੇ ਵਿੱਚ ਵੈਲਿਊ ਆਉਂਦੀ ਹੈ ਆਪਣੇ ਕੋਲੇ ਅਮਾਊਂਟ ਦੀ। ਪ੍ਰਿੰਸੀਪਲ ਦੇ ਉੱਪਰ ਆਪਾਂ ਨੇ ਰੇਟ ਲਾਇਆ, ਆਪਣੇ ਕੋਲ ਬਣ ਜਾਂਦੀ ਹੈ ਅਮਾਊਂਟ। ਉਸ ਤੋਂ ਬਾਅਦ ਹੁਣ ਆਪਾਂ ਇਹਨੂੰ ਕੁਐਸਚਨ ਦੇ ਵਿੱਚ ਅਪਲਾਈ ਕਰਦੇ ਹਾਂ। ਪ੍ਰਿੰਸੀਪਲ ਇਹਦੇ ਵਿੱਚ ਸਪੋਜ਼ ਕਰ ਲਓ ਵੀ ਪ੍ਰਿੰਸੀਪਲ ਪੀ ਹੀ ਹੈ। ਪ੍ਰਿੰਸੀਪਲ ਮੈਂ ਸਪੋਜ਼ ਕਰ ਲਿਆ ਪੀ। ਰੇਟ ਹੈਗਾ 16 2/3, ਤਾਂ ਇਹ ਕਿੰਨਾ ਬਣ ਜਾਏਗਾ 16 × 3 48 + 2 50/3%। ਤਾਂ ਪਹਿਲਾਂ ਆਪਾਂ ਇੱਕ ਵਾਰੀ ਰੇਟ ਨੂੰ ਕਨਵਰਟ ਕਰ ਲਈਏ, 16 2/3, ਤਾਂ ਇਹ ਕੀ ਬਣ ਜਾਊਗਾ 50/3%। ਰੇਟ ਇਦਾਂ ਆਪਾਂ ਕਨਵਰਟ ਕਰ ਲਿਆ। ਤਾਂ ਜਦੋਂ ਵੀ ਆਪਾਂ ਹੁਣ ਨੈਟ ਚੇਂਜ ਨੂੰ ਯੂਜ਼ ਕਰਾਂਗੇ, ਜਦੋਂ ਨੈਟ ਚੇਂਜ ਯੂਜ਼ ਕਰਾਂਗੇ ਤਾਂ ਇੱਧਰ ਮੰਨ ਲਓ ਆਪਣੇ ਕੋਲੇ ਪੀ ਹੈ। ਥੋੜਾ ਜਿਹਾ ਕੈਲਕੂਲੇਟਿਵ ਹੈ ਕੁਐਸਚਨ ਇਹ, ਬਟ ਹੈਗਾ ਸਿੰਪਲ ਹੈ। ਪੀ ਦੇ ਨਾਲ ਆਪਾਂ 100 + ਆਰ ਕਰਦੇ ਹਾਂ, 100 + 50/3। ਮੈਂ ਇੱਕ ਲਿਖ ਕੇ ਦਿਖਾ ਦਿੰਦਾ ਪੂਰਾ, 100 + 50/3 ਡਿਵਾਈਡ ਵਿਦ 100। ਇੰਨੇ ਦੀ ਪਾਵਰ ਕਿੰਨੇ ਸਾਲ ਨੇ, 4, ਇਕੁਅਲ ਟੂ ਦੇ ਵਿੱਚ ਆ ਜਾਂਦੀ ਆਪਣੇ ਕੋਲੇ ਅਮਾਊਂਟ। ਇਹ ਆਪਾਂ ਕੰਸੈਪਟ ਯੂਜ਼ ਕਰਾਂਗੇ, ਇਹਨੂੰ ਤੁਸੀਂ ਨੋਟ ਕਰ ਸਕਦੇ ਹੋਗੇ। ਉਸ ਤੋਂ ਬਾਅਦ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ। ਜਦੋਂ ਇਹਦਾ ਆਪਾਂ ਐਲਸੀਐਮ ਲਵਾਂਗੇ ਤਾਂ 100 + 50/3 ਦਾ ਬਣ ਜਾਊਗਾ 350 ਅਪੋਨ, ਆਪਾਂ ਇਹਨੂੰ ਇਦਾਂ ਲਿਖ ਸਕਦੇ ਹਾਂਗੇ P × 350/300 ਹੋ ਜਾਏਗਾ ਨਾ, ਨੀਚੇ 3 ਸੀਗਾ, ਇਹਦੀ ਪਾਵਰ 4 ਇਜ਼ ਇਕੁਅਲ ਟੂ ਅਮਾਊਂਟ ਕੀ ਹੁੰਦੀ ਹੈਗੀ, ਪ੍ਰਿੰਸੀਪਲ ਪਲੱਸ ਇੰਟਰਸਟ। ਹੁਣ ਇੰਟਰਸਟ ਦੀ ਵੈਲਿਊ ਆਪਾਂ ਨੂੰ ਦਿੱਤੀ ਹੋਈ ਹੈ 2210, ਇੰਨੀ ਆਪਾਂ ਨੂੰ ਵੈਲਿਊ ਦਿੱਤੀ ਹੈ। ਤਾਂ ਆਪਾਂ ਇਹਦੀ ਵੀ ਅੱਗੇ ਥੋੜੀ ਜਿਹੀ ਕਟਿੰਗ ਕਰ ਦਿੰਦੇ ਹਾਂ। ਉੱਪਰ ਆ ਜਾਏਗਾ 7, ਨੀਚੇ ਆ ਜਾਏਗਾ 6। ਇਹਦਾ ਮਤਲਬ ਮੇਰੇ ਕੋਲੇ ਕੀ ਬਣ ਗਿਆ, P × 7/6 ਦੀ ਪਾਵਰ 4 ਇਜ਼ ਇਕੁਅਲ ਟੂ P + 2210। ਇਹਨੂੰ ਨੋਟ ਕਰ ਲਓ ਤੁਸੀਂ। ਉਸ ਤੋਂ ਬਾਅਦ ਨੈਕਸਟ ਆਪਾਂ ਹੁਣ ਨੈਕਸਟ ਸਲਾਈਡ ਦੇ ਵਿੱਚ ਲਿਖ ਦਿਆਂਗੇ। ਨੈਕਸਟ ਹੁਣ ਆਪਣੇ ਕੋਲੇ ਕੀ ਬਣ ਗਿਆ, ਇਹ P ×
ਉੱਪਰ ਕੀ ਸੀਗਾ 7 ਦੀ ਪਾਵਰ 4 ਉਹ ਕਿੰਨਾ ਹੋ ਜਾਂਦਾ ਜੀ 2401। ਨੀਚੇ ਸੀਗਾ 6 ਦੀ ਪਾਵਰ 4 ਹੋ ਜਾਂਦਾ 1296। ਆਪਾਂ ਪਾਵਰਸ ਨੂੰ ਓਪਨ ਕਰ ਲਿਆ। ਇਕੁਅਲ ਟੂ ਦੇ ਵਿੱਚ ਕੀ ਸੀਗਾ P ਪਲੱਸ CI ਕਿੰਨਾ CI ਕਿੰਨਾ ਦਿੱਤਾ ਆਪਾਂ ਨੂੰ 2210 ਰੁਪਏ। ਹੁਣ ਆਪਾਂ ਇਸ P ਨੂੰ ਇੱਧਰ ਆ ਕੇ ਮਾਈਨਸ ਕਰ ਦਾਂਗੇ ਤਾਂ ਥੋੜੀ ਜਿਹੀ ਕੈਲਕੂਲੇਸ਼ਨ ਹੋਏਗੀ, ਇੱਥੋਂ ਡਰਨਾ ਨਹੀਂ ਕਿਸੇ ਨੇ। ਤਾਂ ਇੱਥੋਂ ਜਦੋਂ P ਕਾਮਨ ਆ ਗਿਆ ਤਾਂ ਕਿੰਨਾ ਬਣ ਗਿਆ ਇਹ 2401 ਮਾਈਨਸ ਇਧਰ P ਮਾਈਨਸ ਹੋ ਕੇ ਇੱਕ ਰਹੇਗਾ ਨਾ ਤਾਂ 1296 ਡਿਵਾਈਡ ਵਿਦ 1296 ਇਕੁਅਲ ਟੂ ਦੇ ਵਿੱਚ ਆ ਰਿਹਾ ਇਕੱਲਾ 2210। ਇਕੁਅਲ ਟੂ ਦੇ ਵਿੱਚ ਕੀ ਰਹਿ ਗਿਆ 2210। ਹੁਣ ਇਹਦੀ ਆਪਾਂ ਕਟਿੰਗ ਕਰ ਦਾਂਗੇ ਤਾਂ ਇੱਥੇ ਨਾ ਆਪਣੇ ਕੋਲੇ P ਦੀ ਵੈਲਿਊ ਆ ਜਾਏਗੀ। ਕੀ ਬਣ ਜਾਏਗਾ ਇਹ P ਇਜ਼ ਇਕੁਅਲ ਟੂ ਇਧਰਲੀ ਸਾਈਡ ਕੀ ਪਿਆ ਸੀਗਾ 2210 ਨੀਚੇ ਕੀ ਸੀਗਾ 1296 ਡਿਵਾਈਡ ਦੇ ਵਿੱਚ ਦੋਨਾਂ ਦੀ ਸਬਟਰੈਕਸ਼ਨ ਆ ਜਾਊਗੀ 1105। ਇੱਥੋਂ ਆਪਾਂ ਕਟਿੰਗ ਕਰ ਦਾਂਗੇ ਇਹਦੀ 2 ਤੇ ਤਾਂ ਇਹ P ਦੀ ਵੈਲਿਊ ਆ ਗਈ ਆਪਣੇ ਕੋਲੇ, ਪ੍ਰਿੰਸੀਪਲ ਆ ਗਿਆ। ਹੁਣ ਉਹਨੇ ਕਿਹਾ ਸੇਮ ਰੇਟ ਸੇਮ ਟਾਈਮ ਸੇਮ ਸਮ, ਉਹਦੇ ਉੱਪਰ ਆਪਾਂ ਨੇ SI ਫਾਈਂਡ ਕਰਨਾ। ਤਾਂ ਸਿੱਧਾ ਸਿੱਧਾ ਹੁਣ ਇਹ ਕਿੰਨਾ ਰਹਿ ਗਿਆ P ਦੀ ਵੈਲਿਊ 2 × 1296 ਇੰਟੂ ਰੇਟ 1 ਸਾਲ ਦਾ ਕਿੰਨਾ ਹੈਗਾ 50/3 ਕੱਢਣਾ ਕਿੰਨੇ ਦਾ 4 ਦਾ। ਠੀਕ ਹੈ, ਇਹਦੀ ਆਪਾਂ ਹੁਣ ਕੈਲਕੂਲੇਸ਼ਨ ਕਰ ਦਾਂਗੇ। ਤਾਂ ਜਦੋਂ ਇਹਦੀ ਆਪਾਂ ਕੈਲਕੂਲੇਸ਼ਨ ਕਰਕੇ ਆਪਾਂ ਕਟਿੰਗ ਕੀਤੀ ਤਾਂ ਆਪਣੇ ਕੋਲੇ ਇਕੁਅਲ ਟੂ ਦੇ ਵਿੱਚ ਇਹਦਾ ਆਨਸਰ ਆ ਜਾਏਗਾ 1728। ਠੀਕ ਹੈ, ਇਹ ਥੋੜੀ ਜਿਹੀ ਕੈਲਕੂਲੇਸ਼ਨ ਸੀ, ਕੰਸੈਪਟ ਕੁਝ ਵੀ ਨਹੀਂ ਸੀ, ਸਿਰਫ ਨੈਟ ਚੇਂਜ ਯੂਜ਼ ਕੀਤਾ 4 ਵਾਰ, ਮਤਲਬ 4 ਸਾਲ ਸੀਗੇ ਤਾਂ 4 ਵਾਰੀ ਆਪਾਂ ਨੇ ਨੈਟ ਚੇਂਜ ਦਾ ਕੰਸੈਪਟ ਯੂਜ਼ ਕੀਤਾ, ਹੋਰ ਕੁਝ ਵੀ ਨਹੀਂ ਸੀਗਾ। ਚਲੋ ਨੈਕਸਟ ਕੁਐਸਚਨ ਤੇ ਮੂਵ ਕਰਦੇ ਆਪਾਂ। ਨੈਕਸਟ ਹੈਗਾ 6th ਕੁਐਸਚਨ। A sum of 427 is to be divided among A, B, C in such a way that 3 times of A, ਤਾਂ ਉਹਨਾਂ ਨੇ ਕੀ ਕਿਹਾਗਾ ਕਹਿੰਦੇ 3 times of A is equal to 4 times of B equal to 7 times of C। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ A ਰੇਸ਼ੋ B ਰੇਸ਼ੋ C ਇਹਦੀ ਰੇਸ਼ੋ ਫਾਈਂਡ ਕਰਨੀ ਪਊ। ਆਪਾਂ ਕੰਬਾਈਨ ਕਰਾਂਗੇ, ਕੰਬਾਈਨ ਕਰਨ ਲਈ ਆਪਾਂ ਮੈਥਡ ਯੂਜ਼ ਕਰ ਦਿਆਂਗੇ ਹਾਈਡਿੰਗ ਮੈਥਡ। ਤਾਂ ਜਦੋਂ A ਦੀ ਵੈਲਿਊ ਫਾਈਂਡ ਕਰਨੀ ਤਾਂ A ਦੇ ਕੋਐਫੀਸ਼ੀਐਂਟ ਨੂੰ ਹਾਈਡ ਕਰ ਲਾਂਗੇ ਤਾਂ B ਤੇ C ਦਾ ਕੋਐਫੀਸ਼ੀਐਂਟ ਮਲਟੀਪਲਾਈ ਹੋ ਜੂ ਕਿੰਨਾ 7 × 4 ਕਿੰਨਾ ਹੋ ਜਾਂਦਾ ਜੀ 28। ਸਿੱਧਾ ਆਪਾਂ ਹਾਈਡਿੰਗ ਮੈਥਡ ਯੂਜ਼ ਕਰਕੇ A ਦੀ ਵੈਲਿਊ ਫਾਈਂਡ ਕਰ ਲਈ। ਸਿਮਿਲਰਲੀ B ਦੀ ਵੈਲਿਊ ਵੀ ਫਾਈਂਡ ਕਰਾਂਗੇ। ਜਦੋਂ B ਨੂੰ ਹਾਈਡ ਕਰਤਾ ਤਾਂ C ਤੇ A ਦਾ ਕੋਐਫੀਸ਼ੀਐਂਟ ਕੀ ਹੈ 7 ਤੇ 3 7 ਤੀਏ 21 ਆ ਗਿਆ। ਤਾਂ ਹੁਣ C ਦੀ ਵੈਲਿਊ ਤੁਸੀਂ ਖੁਦ ਟਰਾਈ ਕਰੋ ਕੀ ਹੋ ਰਿਹਾ। C ਨੂੰ ਹਾਈਡ ਕਰਤਾ 4 ਤੀਏ 12 ਬਣ ਗਏ ਤਾਂ A B C ਦੀ ਰੇਸ਼ੋ ਬਣ ਗਈ 28 21 12। ਆਪਣੇ ਕੋਲੇ ਕੀ ਆ ਗਿਆ ਸੀਗਾ A ਰੇਸ਼ੋ B ਰੇਸ਼ੋ C ਕਿੰਨਾ ਆਇਆ ਸੀ 28 ਰੇਸ਼ੋ 21 ਰੇਸ਼ੋ 12। ਸਭ ਤੋਂ ਪਹਿਲਾ ਸਟੈਪ ਕੀ ਸੀ ਆਪਾਂ ਨੇ ਦੀ ਰੇਸ਼ੋ ਬਣਾਉਣੀ ਸੀ। ਜਦੋਂ ਰੇਸ਼ੋ ਬਣ ਗਈ ਆਪਾਂ ਨੂੰ ਪਤਾ ਲੱਗ ਗਿਆ ਵੀ A ਕੋਲੇ ਇੰਨੇ ਪਾਰਟ ਆ B ਕੋਲੇ ਇੰਨੇ ਆ C ਕੋਲੇ ਇੰਨੇ ਆ। ਟੋਟਲ ਤਿੰਨਾਂ ਕੋਲੇ ਕੰਬਾਈਨ ਪਾਰਟ ਕਿੰਨੇ ਹੋ ਗਏ, ਅਗਰ ਆਪਾਂ ਇਹਨਾਂ ਨੂੰ ਐਡ ਕਰ ਦਈਏ ਤਾਂ ਇਹ ਬਣ ਗਿਆ ਆਪਣੇ ਕੋਲੇ 61 ਦੀ ਵੈਲਿਊ ਆਪਾਂ ਦੇ ਰੱਖੀ ਇਹਨਾਂ ਨੇ ਕਿੰਨੀ ਦਿੱਤੀ ਹੈ 427 ਕਿੰਨੇ ਦੀ ਹੈ 61 ਦੀ। ਤਾਂ ਇੱਕ ਦੀ ਕਿੰਨੀ ਆ ਜਾਏਗੀ ਇਹਦੀ ਅਗਰ ਆਪਾਂ ਕਟਿੰਗ ਕਰ ਦਈਏ ਤਾਂ 7 ਆ ਜਾਊਗੀ। ਇੱਕ ਪਾਰਟ ਦੀ 7 ਆ ਗਈ ਤਾਂ ਉਹਨਾਂ ਨੇ ਤਿੰਨਾਂ ਦੀ ਵੈਲਿਊ ਪੁੱਛੀ ਹੈ। ਆਪਣੇ ਕੋਲੇ ਇੱਕ ਪਾਰਟ ਦੀ ਵੈਲਿਊ ਆ ਗਈ 7, ਤਿੰਨਾਂ ਦੀ ਵੈਲਿਊ ਪੁੱਛੀ ਹੈ। A ਦੀ ਵੈਲਿਊ ਪੁੱਛੀ ਹੈਗੀ ਤਾਂ A ਕੋਲੇ 28 ਪਾਰਟ ਨੇ ਤਾਂ ਕੀ ਹੋ ਜਾਊਗਾ 28 × 7 ਇਹਦੀ ਵੈਲਿਊ ਕਿੰਨੀ ਹੈਗੀ 196। B ਕੋਲੇ ਕਿੰਨੇ ਪਾਰਟ ਸੀਗੇ ਆਪਣੇ ਕੋਲ 21 × 7 ਇਹਦੀ ਵੈਲਿਊ ਕਿੰਨੀ ਬਣ ਜਾਏਗੀ 147। ਸੇਮ ਵੇ ਨਾਲ ਆਪਾਂ C ਦੀ ਵੈਲਿਊ ਵੀ ਫਾਈਂਡ ਕਰ ਲਾਂਗੇ 12 × 7 ਤਾਂ C ਦੀ ਵੈਲਿਊ ਕਿੰਨੀ ਹੈਗੀ 84। ਠੀਕ ਹੈ, ਤਾਂ ਇਹ ਆਪਣਾ A ਆਨਸਰ ਹੈ ਜਿਹੜਾ ਕਿ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ। ਉਸ ਤੋਂ ਬਾਅਦ ਨੈਕਸਟ ਕੁਐਸਚਨ ਤੇ ਆਪਾਂ ਮੂਵ ਕਰਦੇ ਹਾਂਗੇ। ਨੈਕਸਟ ਕੁਐਸਚਨ ਤੁਸੀਂ ਰੀਡ ਕਰ ਸਕਦੇ ਹੋਗੇ। ਕੁਐਸਚਨ ਨੰਬਰ 6। Raman takes 8 hours to write 50-page manuscript while Reena can write the same manuscript in 6 ਘੰਟੇ। ਤਾਂ ਆਪਾਂ ਟਾਈਮ ਐਂਡ ਵਰਕ ਦੇ ਕੁਐਸਚਨਸ ਲਈ ਜਿਹੜੀ ਡਾਇਗਰਾਮ ਯੂਜ਼ ਕਰ ਦਿਆਂਗੇ ਇਸ ਤਰੀਕੇ ਨਾਲ। ਇੱਕ ਪਹਿਲਾ ਰਮਨ ਹੈ RM ਲਿਖ ਦਿੰਦੇ ਇਹਨੂੰ, ਰੀਨਾ ਨੂੰ RN ਲਿਖ ਦਿੰਦੇ ਆ। ਦੇਖੋ ਉਹਨੇ 8 ਘੰਟੇ ਲਾਏ ਹੈਗੇ, ਉਹਨੇ 6 ਘੰਟੇ ਲਾਏ ਆ। ਇਹਦਾ ਮਤਲਬ ਇਹਨੇ 8 ਘੰਟੇ ਲਾਏ, ਇਹਨੇ 6 ਘੰਟੇ ਲਾਏ। ਕੰਮ ਕਿੰਨਾ ਟੋਟਲ ਵਰਕ, ਵੈਸੇ ਤਾਂ ਆਪਾਂ LCM ਲੈ ਕੇ ਸਪੋਜ਼ ਕਰਦੇ ਹਾਂ ਬਟ ਇਸ ਕੁਐਸਚਨ ਦੇ ਵਿੱਚ ਆਪਾਂ ਨੂੰ
ਦਿੱਤਾ ਹੋਇਆ ਸੀਗਾ ਕਿ ਟੋਟਲ ਵਰਕ n ਆ, ਤਾਂ ਟੋਟਲ ਵਰਕ ਆਪਾਂ ਉਹਦੇ ਅਕੋਰਡਿੰਗ ਹੀ ਲਵਾਂਗੇ। ਹੁਣ ਇਹਨਾਂ ਦੋਨਾਂ ਦਾ ਪਰ ਮਿੰਟ ਦਾ ਪਰ ਆਵਰ ਦਾ ਵਰਕ ਆ ਜਾਏਗਾ, ਰਮਨ ਦਾ ਆ ਜਾਏਗਾ 50 ਡਿਵਾਈਡ ਵਿਦ 8, ਰੀਨਾ ਦਾ ਆ ਜਾਏਗਾ 50/6। ਹੁਣ ਦੋਨਾਂ ਨੂੰ ਕੰਬਾਈਨ ਕਰਤਾ, ਦੋਨੇ ਜਣੀਆਂ ਮਿਲ ਗਈਆਂ, ਮਤਲਬ ਦੋਨੋਂ r ਪਲਸ r ਦੋਨੇ ਮਿਲ ਗਈਆਂ, ਤਾਂ ਦੋਨਾਂ ਦਾ ਪਰ ਘੰਟੇ ਦਾ ਵਰਕ ਵੀ ਐਡ ਹੋ ਜਾਏਗਾ। ਇਹਨਾਂ ਦੋਨੇ ਚੀਜ਼ਾਂ ਨੂੰ ਜਦੋਂ ਆਪਾਂ ਐਡ ਕਰਤਾ ਤਾਂ ਇਹਨੂੰ ਤੁਸੀਂ ਫ੍ਰੈਕਸ਼ਨ ਨੂੰ ਖੁਦ ਸੋਲਵ ਕਰ ਲਓਗੇ ਨਾ, ਕੁਛ ਨਹੀਂ ਹੈਗਾ ਇਹਦੇ ਵਿੱਚ, ਸਿਰਫ ਆਪਾਂ ਨੇ ਫ੍ਰੈਕਸ਼ਨ ਨੂੰ ਹੀ ਸੋਲਵ ਕਰਨਾ ਹੈਗਾ। ਜਦੋਂ ਆਪਾਂ ਇਹਦੀ ਕਟਿੰਗ ਕਰ ਦਾਂਗੇ, ਇੱਥੇ ਜਾ ਤਾਂ ਇਹਦੀ ਸਟਾਰਟਿੰਗ 'ਚ ਹੀ ਕਟਿੰਗ ਕਰ ਲਓ, ਥੋੜਾ ਜਿਹਾ ਹੋਰ ਈਜ਼ੀ ਹੋ ਜਾਊਗਾ। ਇੱਥੇ ਰਹਿ ਜਾਊਗਾ 25/4, ਇਹਦਾ 25/4, ਇਹਦਾ 25/3, 25/4 ਪਲੱਸ 25/3, ਤਾਂ ਇਹ ਬਣ ਜਾਏਗਾ 25 ਇੰਟੂ 7/12। ਇਹਦਾ ਮਤਲਬ 1 ਘੰਟੇ ਦੇ ਵਿੱਚ ਇੰਨਾ ਕੰਮ ਕਰ ਦੇਗੀ, 1 ਘੰਟੇ ਦੇ ਵਿੱਚ ਦੋਨੋਂ ਮਿਲ ਕੇ 25 ਇੰਟੂ 7/12 ਕੰਮ ਕਰਦੇ ਆ। ਹੁਣ ਉਹਨਾਂ ਤੋਂ ਕੰਮ ਕਿੰਨਾ ਕਰਾਉਣਾ, ਆਪਾਂ ਨੂੰ ਕੰਮ ਦੇ ਵੀ ਦੱਸਿਆ ਹੈ ਵੀ ਕਿੰਨੀ ਕਰਾਉਣਾ ਹੈ। ਉਹਨਾਂ ਨੇ ਕਿਹਾ ਹੈਗਾ 100 ਪੇਜ ਲਿਖਣੇ ਆ, ਇਹ ਤਾਂ 50 ਸੀਗੇ, ਤਾਂ ਇਹਨਾਂ ਤੋਂ ਕੰਮ ਕਿੰਨਾ ਹੋ ਗਿਆ ਆਪਣੇ ਕੋਲੇ 100। ਤਾਂ ਹੁਣ ਆਪਾਂ ਇਹਦੀ ਕੈਲਕੂਲੇਸ਼ਨ ਥੋੜੀ ਜਿਹੀ ਕਰਦੇ ਹਾਂ, ਇਹਨਾਂ ਦੋਨਾਂ ਨੂੰ ਡਿਵਾਈਡ ਕਰਾਂਗੇ, ਇਹਨੂੰ ਤੇ ਇਸ ਪੂਰੀ ਟਰਮ ਨੂੰ। ਇਹ ਹੋ ਗਿਆ ਟੋਟਲ ਵਰਕ, ਇਹ ਹੋ ਗਿਆ ਪਰ ਘੰਟੇ ਦਾ ਵਰਕ। ਤਾਂ ਨੰਬਰ ਆਫ ਡੇਜ਼ ਕਿੱਦਾਂ ਹੁੰਦੇ ਇਹਨਾਂ ਨੂੰ ਡਿਵਾਈਡ ਕਰਕੇ, ਚਲੋ ਡਿਵਾਈਡ ਕਰ ਦਿੰਦੇ ਹਾਂ। ਫਿਰ ਕਿੱਦਾਂ ਹੋ ਜਾਏਗਾ ਜੀ 100 ਡਿਵਾਈਡ ਵਿਦ 25 ਇੰਟੂ 7, ਇਹ 12 ਹੈ ਜਿਹੜਾ ਕਿ ਉੱਪਰ ਜਾ ਕੇ ਮਲਟੀਪਲਾਈ ਹੋ ਜਾਏਗਾ। ਤਾਂ ਇਹਦੀ ਕਟਿੰਗ ਕਰ ਸਕਦੇ ਹਾਂ, 25 ਚੌਕਾ 100, 12 ਚੌਕ 48, 48/7, 48/7 ਜਾਂ 6 ਪਲੱਸ 6/7, ਤਾਂ ਡੀ ਆਪਸ਼ਨ ਤੁਹਾਡਾ ਆਂਸਰ ਹੋ ਜਾਏਗਾ, ਇਹਦਾ ਆਂਸਰ ਆ ਜਾਏਗਾ ਡੀ। ਠੀਕ ਹੈ ਜੀ, ਕਲੀਅਰ ਹੋਇਆ ਨਾ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ ਕੁਐਸਚਨ ਹੈ ਜਿਹੜਾ ਕਿ ਮੈਂਸੂਰੇਸ਼ਨ ਦਾ ਪਾਰਟ ਹੈਗਾ, ਬਿਲਕੁਲ ਹੀ ਸਿੰਪਲ ਕੁਐਸਚਨ ਹੈ, ਕੁਝ ਵੀ ਨਹੀਂ ਹੈਗਾ ਇਹਦੇ ਵਿੱਚ। ਸਭ ਤੋਂ ਪਹਿਲਾਂ ਨਾ ਕੁਐਸਚਨ ਨੂੰ ਰੀਡ ਕਰਦੇ ਹਾਂ। ਕੰਸੀਡਰ ਦਾ ਫੋਲੋਇੰਗ ਡਾਇਗਰਾਮ, ਠੀਕ ਹੈ, ਡਾਇਗਰਾਮ ਕਹਿੰਦੇ ਦਿੱਤੀ ਹੋਈ ਹੈ ਸੀ। ਇਨ ਦਾ ਡਾਇਗਰਾਮ ਆਰ ਇਜ਼ ਦ ਰੇਡੀਅਸ ਆਫ ਈਚ ਸਰਕਲ। ਤੋਂ ਪਹਿਲਾਂ ਮੈਂ ਥੋੜੀ ਜਿਹੀ ਡਾਇਗਰਾਮ ਬਣਾ ਦਿੰਦਾ ਗਾ। ਇਦਾਂ 4 ਸਰਕਲ ਨੇਗੇ, 4 ਸਰਕਲ ਹੈ, ਇਹਨਾਂ ਦੇ ਚਾਰਾਂ ਦੇ ਸੈਂਟਰ ਨੂੰ ਮੀਟ ਕਰਕੇ ਨਾ ਅੰਦਰ ਇੱਕ ਸਕੁਅਰ ਬਣਾਇਆ। ਕਹਿੰਦੇ ਜੀ ਸਰਕਲ ਦਾ ਜਿਹੜਾ ਰੇਡੀਅਸ ਆ, ਮਤਲਬ ਇਹ ਚੀਜ਼ ਆਰ ਦਿੱਤੀ ਹੋਈ ਹੈਗੀ, ਇਹ ਆਰ ਦਿੱਤੀ ਹੋਈ ਹੈ, ਤਾਂ ਜਿਹੜਾ ਸਕੁਅਰ ਦੀ ਸਾਈਡ ਹੋ ਜੂਗੀ ਉਹ ਕਿੰਨੀ ਹੋ ਜਾਏਗੀ 2r ਹੋ ਜਾਏਗੀ। ਥੋੜੀ ਜਿਹੀ ਡਾਇਗਰਾਮ ਨੂੰ ਹੀ ਥੋੜੀ ਜਿਹੀ ਇਮੈਜੀਨੇਸ਼ਨ ਕਰਦੇ ਆਪਾਂ ਡਾਇਗਰਾਮ ਤੋਂ ਪਹਿਲਾਂ। ਜਿਹੜੀ ਸਰਕਲ ਦਾ ਰੇਡੀਅਸ r ਹੈ, ਤਾਂ ਜਿਹੜੀ ਪੂਰੀ ਸਾਈਡ ਹੈ 1r ਉੱਪਰ ਹੋ ਗਈ, ਇੱਥੇ 1r ਨੀਚੇ ਹੋ ਗਈ, r ਪਲੱਸ r 2r ਹੋ ਗਿਆ। ਫਿਰ ਉਹਨਾਂ ਨੇ ਕੁਐਸਚਨ ਦੇ ਵਿੱਚ ਧਿਆਨ ਨਾਲ ਪੜ੍ਹੋ ਕੀ ਦਿੱਤਾ ਹੋਇਆਗਾ, ਏਰੀਆ ਆਫ ਸਕੁਅਰ ਨਾਟ ਕਵਰਡ ਬਾਈ ਸਰਕਲਸ। ਜਿਹੜਾ ਸਰਕਲ ਨੇ ਨਹੀਂ ਕਵਰ ਕੀਤਾ ਤਾਂ ਉਹਨੂੰ ਮੈਂ ਕਿਸੇ ਸੋਹਣੇ ਜਿਹੇ ਕਲਰ ਨਾਲ ਸ਼ੇਡ ਕਰ ਦਿੰਦਾ, ਮੰਨ ਲਓ ਔਰੇਂਜ ਕਰਤਾ, ਠੀਕ ਹੈ। ਤਾਂ ਜਿਹੜਾ ਇਹ ਏਰੀਆ ਬਚ ਗਿਆ ਨਾ, ਇਹ ਅੰਦਰ ਵਾਲਾ ਏਰੀਆ ਨਾਟ ਕਵਰਡ ਬਾਏ ਸਰਕਲਸ, ਇਸ ਏਰੀਆ ਦੀ ਗੱਲ ਕੀਤੀ ਹੈ। ਤਾਂ ਇਹ ਏਰੀਆ ਥੋੜਾ ਇਹ ਡਾਇਗਰਾਮ ਤੋਂ ਹੀ ਤੁਸੀਂ ਇਮੇਜਿਨ ਕਰ ਸਕਦੇ ਕਿਵੇਂ ਆਏਗਾ। ਸਭ ਤੋਂ ਪਹਿਲਾਂ ਆਪਾਂ ਇਹਨੂੰ ਕਿਵੇਂ ਕਰ ਸਕਦੇ ਹਾਂ, ਜਿਹੜਾ ਇਹ ਸਕੁਅਰ ਹੈ ਨਾ, ਪੂਰੇ ਸਕੁਅਰ ਦੇ ਏਰੀਏ ਦੇ ਵਿੱਚੋਂ ਅਗਰ ਆਪਾਂ ਇਹ ਚਾਰੋਂ ਸਰਕਲ ਜਿਹੜੇ ਅੱਧੇ ਅੱਧੇ ਨੇਗੇ ਕੁਆਡਰੈਂਟ ਨੇ, ਚਾਰੋਂ ਮਾਈਨਸ ਕਰ ਦਈਏ ਤਾਂ ਆਪਣੇ ਕੋਲ ਅੰਦਰ ਵਾਲਾ ਏਰੀਆ ਬਚ ਜਾਊਗਾ। ਇਹਦਾ ਮਤਲਬ ਕੀ ਕਰਨਾ ਆਪਾਂ ਨੇ, ਮਾਈਨਸ ਕੀ ਕਰਨਾ ਹੁਣ ਆਪਾਂ ਨੇ, ਸਕੁਅਰ ਦਾ ਏਰੀਆ ਮਾਈਨਸ ਸਰਕਲ ਦਾ ਏਰੀਆ। ਇਹ ਕੋਈ ਫਾਰਮੂਲਾ ਨਹੀਂ ਹੈਗਾ, ਇਹ ਤਾਂ ਆਪਾਂ ਨੂੰ ਡਾਇਗਰਾਮ ਤੋਂ ਪਤਾ ਲੱਗਿਆ ਕਿ ਸਾਰਾ ਸਕੁਅਰ, ਉਹਦੇ ਚੋਂ ਚਾਰੇ ਕਾਰਨਰ ਤੇ ਜਿੰਨਾ ਜਿੰਨਾ ਕੁ ਸਰਕਲ ਆ ਰਿਹਾ ਉਹਨੂੰ ਆਪਾਂ ਮਾਈਨਸ ਕਰ ਦਈਏ, ਮਤਲਬ ਸਕੁਅਰ ਮਾਈਨਸ ਸਰਕਲ। ਤਾਂ ਸਕੁਅਰ ਦਾ ਏਰੀਆ ਕਿੰਨਾ ਹੋ ਜਾਏਗਾ 2r ਦਾ ਸਕੁਅਰ, ਕਿਉਂਕਿ ਇੱਕ ਸਾਈਡ ਕਿੰਨੀ ਹੈ 2r, ਮਾਈਨਸ ਸਰਕਲ ਕਿੰਨਾ ਹੁੰਦਾ ਜੀ πr ਦਾ ਸਕੁਅਰ। ਇਹਦੀ ਵੈਲਿਊ ਦਿੱਤੀ ਹੋਈ ਹੈ, ਕਿੰਨੀ ਦਿੱਤੀ ਹੋਈ ਹੈ ਵੈਲਿਊ ਆਪਾਂ ਦੇਖ ਸਕਦੇ ਹਾਂਗੇ, ਇਹਦੀ ਵੈਲਿਊ ਦਿੱਤੀ ਹੈ 378। ਤਾਂ ਇੱਥੋਂ ਆਪਾਂ ਕਾਮਨ ਕੱਢ ਕੇ ਆਪਾਂ r ਦੀ ਵੈਲਿਊ ਫਾਈਂਡ ਕਰ ਲਾਂਗੇ। ਚਲੋ ਆਪਾਂ ਨੈਕਸਟ ਸਲਾਈਡ 'ਚ ਦੇਖਦੇ ਹਾਂਗੇ। ਹਾਂਜੀ ਕੀ ਸੀਗਾ ਆਪਣੇ 'ਚ, ਇੱਧਰ ਆ ਗਿਆ ਆਪਣੇ ਕੋਲੇ 4r ਦਾ ਸਕੁਅਰ ਮਾਈਨਸ 22/7r ਦਾ ਸਕੁਅਰ ਇਜ਼ ਇਕੁਅਲ ਟੂ 378। ਇੱਦਾਂ ਦੀ ਆਪਣੇ ਕੋਲ ਇੱਕ ਇਕੁਏਸ਼ਨ ਟਾਈਪ ਬਣ ਜਾਏਗੀ। ਤਾਂ ਇੱਥੋਂ ਆਪਾਂ r ਸਕੁਅਰ ਨੂੰ ਕਾਮਨ ਕੱਢ ਲੈਂਦੇ ਇੱਧਰਲੀ ਸਾਈਡ, ਤਾਂ ਇਸ ਤੋਂ ਬਾਅਦ 378 ਤਾਂ ਉੱਧਰ ਪਿਆ ਹੀ ਹੈ, ਨੀਚੇ ਜਦੋਂ ਐਲਸੀਐਮ ਲਵਾਂਗੇ 7 ਉੱਪਰ ਆ ਜਾਏਗਾ, 7 ਚੌਕਾ 28 ਮਾਈਨਸ 22, 28 ਚੋਂ 22 ਕੱਢੇ ਹੁੰਦੇ ਆਪਣੇ ਕੋਲ 6,
ਨੀਚੇ 6 ਰਹਿ ਜਾਊਗਾ। ਹੁਣ ਜਦੋਂ ਆਪਾਂ ਇਹਦੀ ਕਟਿੰਗ ਕਰਾਂਗੇ ਆਪਣੇ ਕੋਲੇ ਆਰ ਦੀ ਵੈਲਿਊ ਆ ਜਾਏਗੀ 21 ਸੈਂਟੀਮੀਟਰ। ਇਹ ਆਪਸ਼ਨ ਆਪਣਾ ਇਹਦਾ ਆਂਸਰ ਹੋਏਗਾ। ਕੈਲਕੂਲੇਸ਼ਨ ਵਾਲਾ ਪਾਰਟ ਤੁਸੀਂ ਖੁਦ ਕਰਨਾ। ਅਗਰ ਮੈਂ ਕੈਲਕੂਲੇਸ਼ਨ ਕਰਾਉਣ ਲੱਗ ਜੂੰਗਾ ਤਾਂ ਵੀਡੀਓ ਬਹੁਤ ਜ਼ਿਆਦਾ ਲੈਂਥੀ ਹੋ ਜਾਏਗੀ, ਤਾਂ ਜਦੋਂ ਲੈਂਥੀ ਹੋ ਜਾਂਦੀ ਚੀਜ਼ ਥੋੜੀ ਬੋਰਿੰਗ ਟਾਈਪ ਹੋ ਜਾਂਦੀ ਹੈ। ਠੀਕ ਹੈ, ਕੈਲਕੂਲੇਸ਼ਨ ਪਾਰਟ ਤੁਸੀਂ ਕਰ ਸਕਦੇ ਹੋ। ਅਗਰ ਫਿਰ ਵੀ ਕਿਸੇ ਨੂੰ ਕੈਲਕੂਲੇਸ਼ਨ ਦੇ ਵਿੱਚ ਪ੍ਰੋਬਲਮ ਆ ਰਹੀ, ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋਗੇ, ਤਾਂ ਮੈਂ ਤੁਹਾਨੂੰ ਕੈਲਕੂਲੇਸ਼ਨ ਐਕਸਪਲੇਨ ਕਰ ਦੂੰਗਾ ਕਿਸੇ ਵੀ ਕੁਐਸਚਨ ਦੀ ਨਹੀਂ ਸਮਝ ਆ ਰਹੀ। ਨੈਕਸਟ ਕੁਐਸਚਨ ਦੇਖਦੇ ਹਾਂ। ਨੈਕਸਟ 8th ਕੁਐਸਚਨ ਦੇਖੋ, ਦੇਖਣ ਦੇ ਵਿੱਚ ਕੁਐਸਚਨ ਬੜਾ ਹੀ ਖਤਰਨਾਕ ਜਿਹਾ ਲੱਗ ਰਿਹਾ, ਬਟ ਹੈਗਾ ਕੁਝ ਵੀ ਨਹੀਂ ਇਹਦੇ 'ਚ। ਤਾਂ ਕੁਐਸਚਨ ਨੂੰ ਸਮਝੋ ਪਹਿਲਾਂ। ਤਾਂ 8th ਕੁਐਸਚਨ ਕੀ ਕਹਿ ਰਿਹਾ ਹੈਗਾ, ਸੀਮਾ ਰਾਈਡਸ ਹਰ ਕਾਰ ਐਟ ਐਨ ਐਵਰੇਜ ਸਪੀਡ ਆਫ 30 ਕਿਲੋਮੀਟਰ ਪਰ ਆਵਰ ਐਂਡ ਸ਼ੀ ਰੀਚ ਦ ਡੈਸਟੀਨੇਸ਼ਨ ਇਨ 6 ਘੰਟੇ। ਦੇਖੋ ਜੀ 30 ਦੀ ਸਪੀਡ ਤੇ 6 ਘੰਟੇ 'ਚ ਪਹੁੰਚਦੀ ਹੈ। ਇਹਦਾ ਮਤਲਬ ਸਭ ਤੋਂ ਪਹਿਲਾਂ ਤਾਂ ਇੱਥੋਂ ਆਪਾਂ ਨੂੰ ਡਿਸਟੈਂਸ ਪਤਾ ਲੱਗ ਜੂ ਵੀ ਕਿੰਨਾ ਗਾ ਇਸ ਕੁਐਸਚਨ ਦਾ। 30 × 6 6 ਤੀਏ 18 180 ਕਿਲੋਮੀਟਰ ਆਪਣਾ ਡਿਸਟੈਂਸ ਆ ਗਿਆ। ਦੇਖੋ ਨਾਲ ਨਾਲ ਕੁਐਸਚਨ ਨੂੰ ਤੁਸੀਂ ਨੋਟ ਕਰੀ ਚਲੋ। 30 × 6 180 ਕਿਲੋਮੀਟਰ ਦਾ ਡਿਸਟੈਂਸ ਹੋ ਗਿਆ। ਉਦੋਂ ਬਾਅਦ ਉਹਦੀ ਇੱਕ ਸਹੇਲੀ ਹੋਰ ਆ ਰੀਮਾ, ਉਹ ਜਿਹੜਾ ਡਿਸਟੈਂਸ ਆ ਸੇਮ 4 ਘੰਟੇ 'ਚ ਕਵਰ ਕਰਦੀ ਹੈ। ਤਾਂ ਸਪੀਡ ਆ ਜੂਗੀ ਰੀਮਾ ਦੀ, ਸਪੀਡ ਆਫ ਰੀਮਾ। ਡਿਸਟੈਂਸ ਤਾਂ ਉਹਨੇ ਹੀ ਕਵਰ ਕਰੂਗੀ, ਠੀਕ ਹੈ ਨਾ। ਡਿਸਟੈਂਸ ਤਾਂ ਸੇਮ ਹੀ ਕਵਰ ਕਰ ਰਹੀ ਹੈ, ਉਹ ਸੇਮ ਡਿਸਟੈਂਸ ਉਹਨਾਂ ਨੇ ਵਰਡ ਯੂਜ਼ ਕੀਤਾ, ਡਿਸਟੈਂਸ ਅਲੱਗ ਤੋਂ ਨਹੀਂ ਦਿੱਤਾ, ਸੇਮ ਡਿਸਟੈਂਸ ਹੈ। ਤਾਂ ਇੱਥੋਂ ਰੀਮਾ ਦੀ ਆਪਾਂ ਸਪੀਡ ਕੱਢ ਸਕਦੇ ਹਾਂ 180 ਕਿਲੋਮੀਟਰ 4 ਘੰਟੇ 'ਚ। ਤਾਂ ਇੱਥੋਂ ਰੀਮਾ ਦੀ ਸਪੀਡ ਆ ਜੂਗੀ 95 ਦੀ। ਦੇਖੋ ਜੀ ਦੋਨਾਂ ਦੀ ਸਪੀਡ ਆਪਾਂ ਨੂੰ ਪਤਾ ਲੱਗ ਗਈ, ਡਿਸਟੈਂਸ ਆਪਾਂ ਨੂੰ ਪਤਾ ਲੱਗ ਗਿਆ, ਟਾਈਮ ਆਪਾਂ ਨੂੰ ਪਤਾ ਲੱਗ ਗਿਆ, ਸਭ ਕੁਝ ਪਤਾ ਲੱਗ ਗਿਆ। ਹੁਣ ਆਪਾਂ ਅਕੋਰਡਿੰਗ ਟੂ ਕੁਐਸਚਨ ਦੇਖਦੇ ਹਾਂ ਕੀ ਕਹਿ ਰਹੇ ਹੈਗੇ। ਪਹਿਲਾਂ ਤਾਂ ਹੀ ਮੈਂ ਪਹਿਲੀ ਜਿਹੜੀ ਗੁੱਡੀ ਹੈਗੀ ਉਹਦੀ ਸਪੀਡ S1 ਮੰਨ ਲੈਂਦਾ ਗਾ। ਉਹਦੀ ਆਪਾਂ ਨੂੰ ਸਪੀਡ ਪਤਾ ਹੀ ਹੈ ਵੀ 30 ਹੈਗੀ। ਅੱਛਾ ਜੀ, ਜਿਹੜੀ ਦੂਜੀ ਉਹਦੀ ਸਹੇਲੀ ਹੈਗੀ ਰੀਮਾ, ਉਹਦੀ ਸਪੀਡ ਮੈਂ S2 ਲਿਖ ਲੈਂਦਾ। ਉਹਦੀ ਸਪੀਡ ਕਹਿੰਦੇ ਕਿੰਨੀ ਆ ਗਈ 45 ਆਈ ਸੀ ਆਪਣੀ। ਬਟ ਹੁਣ ਕੀ ਹੋਇਆ ਉਹਨਾਂ ਨਾਲ, ਜਿਹੜੀ ਪਹਿਲਾਂ ਵਾਲੀ ਸੀਗੀ ਕੀ ਨਾਮ ਸੀ ਸੀਮਾ, ਉਹਨੇ ਆਪਦੀ ਸਪੀਡ 10 ਕਿਲੋਮੀਟਰ ਵਧਾਤੀ। ਠੀਕ ਹੈ, ਤਾਂ ਉਹਦੀ ਨਵੀਂ ਕਿੰਨੀ ਹੋ ਗਈ 40। ਇਹਦੀ ਨਵੀਂ ਕਿੰਨੀ ਹੋ ਗਈ 50। ਇਹਨੇ 5 ਵਧਾਈ ਹੈ। ਇਹਨੇ S1 ਨੇ 10 ਵਧਾਈ ਹੈ, ਇਹਨੇ 5 ਵਧਾਈ ਹੈ। ਤਾਂ ਇਹ ਨਵੀਆਂ ਆ ਗਈਆਂ ਸਪੀਡਾਂ ਇਹਨਾਂ ਦੀਆਂ। ਸਪੀਡਾਂ ਤਾਂ ਵੱਧ ਗਈਆਂ, ਡਿਸਟੈਂਸ ਸੇਮ ਹੈ। ਉਹਨਾਂ ਨੇ ਪੁੱਛਿਆ ਕੀ ਹੈ, ਡਿਫਰੈਂਸ ਇਨ ਦੇਅਰ ਟਾਈਮ ਟੇਕਨ ਟੂ ਰੀਚ ਦ ਡੈਸਟੀਨੇਸ਼ਨ। ਟਾਈਮ ਦਾ ਤੁਸੀਂ ਨਵੀਂ ਸਪੀਡ ਨੋਟ ਕਰ ਲਈ ਨਾ, 40 ਤੇ 50 ਆ ਗਈ। ਇੱਕ ਦੀ 40 ਆਈ ਹੈ, ਇੱਕ ਦੀ 50 ਆਈ ਹੈ। ਠੀਕ ਹੈ, ਨਵੀਆਂ ਸਪੀਡਾਂ ਆ ਗਈਆਂ ਇਹਨਾਂ ਦੀਆਂ। ਡਿਸਟੈਂਸ ਦੋਨੋਂ ਦੇ ਸੇਮ ਨੇ, ਟਾਈਮ ਦਾ ਡਿਫਰੈਂਸ ਮਤਲਬ T1 ਮਾਈਨਸ T2, T1 ਮਾਈਨਸ T2। ਹਾਂਜੀ, ਟਾਈਮ ਦਾ ਫਾਰਮੂਲਾ ਕੀ ਹੁੰਦਾ ਇਹਦੇ ਲਈ, ਡਿਸਟੈਂਸ ਸਪੀਡ ਟਾਈਮ ਦਾ ਰਿਲੇਸ਼ਨ ਯਾਦ ਕਰ ਲਈ ਆਪਾਂ। ਇੱਕ ਵਰਡ ਯਾਦ ਕਰ ਦਿਆਂਗੇ। ਕਿਹੜਾ ਵਰਡ ਯਾਦ ਕਰਦੇ ਹੁੰਦੇ ਜੀ ਆਪਾਂ, ਦੋਸਤ। ਦੋਸਤ ਨੂੰ ਕਿਵੇਂ ਯਾਦ ਕਰ ਦਿਆਂਗੇ, O ਨੂੰ ਕੱਟ ਕੇ ਇਕੁਅਲ ਟੂ ਲਾ ਦਿੰਦੇ ਹਾਂ ਤਾਂ ਕੀ ਬਣ ਜਾਂਦਾ, ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ। ਹੁਣ ਟਾਈਮ ਦੀ ਗੱਲ ਹੋ ਰਹੀ ਹੈ ਤਾਂ ਡਿਸਟੈਂਸ ਅਪੋਨ ਸਪੀਡ ਹੋ ਜਾਏਗਾ। ਤਾਂ ਇਹਨੂੰ ਮੈਂ ਇਰੇਜ਼ ਕਰ ਦਿੰਦਾ ਗਾ। ਡਿਸਟੈਂਸ ਇਜ਼ ਇਕੁਅਲ ਟੂ ਸਪੀਡ ਇਨਟੂ ਟਾਈਮ ਹੋ ਜਾਂਦਾ, ਤਾਂ ਟਾਈਮ ਕੀ ਹੋ ਜਾਏਗਾ, ਡਿਸਟੈਂਸ ਅਪੋਨ ਸਪੀਡ। ਹੁਣ ਦੋਨਾਂ ਦਾ ਡਿਸਟੈਂਸ ਸੇਮ ਹੈ, ਇਹਦਾ ਵੀ 180 ਹੈ, ਇਹਦਾ 180 ਡਿਵਾਈਡ ਵਿਦ 40 ਮਾਈਨਸ 180 ਡਿਵਾਈਡ ਵਿਦ 50। ਇਹਨਾਂ ਦੀ ਕਟਿੰਗ ਕਰ ਦਿਓ ਇੱਦਾਂ ਇੱਦਾਂ। 18 ਕਾਮਨ ਕੱਢ ਲਓ ਬਸ, ਉਸ ਤੋਂ ਬਾਅਦ ਤਾਂ ਕੈਲਕੂਲੇਸ਼ਨ ਆ, ਹੋਰ ਕੁਝ ਵੀ ਨਹੀਂ ਹੈਗਾ। 18 ਕਾਮਨ ਕੱਢ ਲਿਆ, 1/4 ਮਾਈਨਸ 18 ਆਪਾਂ ਨੇ ਕਾਮਨ ਕੱਢ ਲਿਆ ਨਾ, ਇੱਦਾਂ ਕੀ ਬਣ ਜੂਗਾ 1/4 ਮਾਈਨਸ 1/5। ਤਾਂ ਜਦੋਂ ਆਪਾਂ ਐਲਸੀਐਮ ਲਿਆ ਤਾਂ ਇਹ ਬਣ ਜਾਏਗਾ ਆਪਣੇ ਕੋਲੇ ਨੀਚੇ ਐਲਸੀਐਮ ਤਾਂ 20 ਬਣ ਜੂਗਾ ਨਾ, 18 × 1/20। ਇੰਨੇ ਘੰਟੇ ਆ ਗਏ। ਬਟ ਜਿਹੜੀਆਂ ਆਪਣੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਨੇਗੀਆਂ, ਆਪਸ਼ਨ ਆਪਾਂ ਨੂੰ ਦਿੱਤੀਆਂ ਨੇ ਮਿੰਟਾਂ 'ਚ, ਤਾਂ ਇਹਨੂੰ ਗੁਣਾ ਕਰ ਦਾਂਗੇ ਆਪਾਂ 60 ਨਾਲ। ਤਾਂ ਜਦੋਂ ਮੈਂ ਇਹਦੀ ਕਟਿੰਗ ਕਰਤੀ ਸਾਰੇ ਦੀ ਇੰਨਾ ਸੋਲਵ ਕਰ ਲਿਆ, ਤਾਂ ਮੇਰੇ ਕੋਲ ਸੋਲਵ ਕਰਕੇ ਇਹਦਾ ਆਨਸਰ ਬਣ ਜਾਏਗਾ 54 ਮਿੰਟਸ। 54 ਮਿੰਟਸ ਮਤਲਬ ਆਪਣਾ ਡੀ ਆਨਸਰ ਆ ਜਾਏਗਾ ਇਹਦਾ। ਸਮਝ ਆਇਆ ਨਾ। ਇਹਦੇ 'ਚ ਕਿਸੇ ਨੂੰ ਕੋਈ ਵੀ ਡਾਊਟ ਹੋਇਆ ਨਾ, ਤੁਸੀਂ ਕਮੈਂਟ ਦੇ ਵਿੱਚ ਫ੍ਰੀਲੀ ਕਮੈਂਟ ਕਰ ਸਕਦੇ ਹੋ ਕਿ ਇਸ ਕੁਐਸਚਨ ਦੇ ਵਿੱਚ ਇੱਦਾਂ ਪ੍ਰੋਬਲਮ ਹੈ ਸਾਨੂੰ। ਓਕੇ, ਯੂ ਆਰ ਫ੍ਰੀ ਟੂ ਕਮੈਂਟ ਐਨੀਥਿੰਗ, ਬਟ ਗਾਲ ਨਹੀਂ ਕੱਢਣੀ ਕਮੈਂਟਾਂ 'ਚ ਕਿਸੇ ਨੇ।
ਨੈਕਸਟ ਤੁਹਾਡਾ ਜਿਹੜਾ 9th ਕੁਐਸਚਨ ਹੈਗਾ ਉਹ ਹੈਗਾ ਗਾ, ਨੈਕਸਟ ਜਿਹੜਾ ਤੁਹਾਡਾ 9th ਕੁਐਸਚਨ ਹੈ ਉਹ ਕੈਲੰਡਰ ਦਾ ਕੁਐਸਚਨ ਹੈ, ਆਪਾਂ ਕੈਲੰਡਰ ਵਾਲੇ ਪਾਰਟ 'ਚ ਕਰਾਂਗੇ। ਫਿਰ ਆ ਗਿਆ ਕਲੌਕ, ਉਹਨੂੰ ਆਪਾਂ ਕਲੌਕ ਵਾਲੇ ਪਾਰਟ 'ਚ ਕਰਾਂਗੇ। ਕੈਲੰਡਰ ਕਲੌਕ ਨੂੰ ਮੈਂ ਰੀਜ਼ਨਿੰਗ 'ਚ ਕਵਰ ਕਰਾਂਗੇ ਆਪਾਂ, ਇੱਕ ਫਿਲਹਾਲ ਹੀ ਛੱਡ ਰਹੇ ਇਹਨੂੰ। ਨੈਕਸਟ ਆਪਾਂ ਦੇਖਦੇ ਹਾਂਗੇ 11th ਕੁਐਸਚਨ। 11th ਕੁਐਸਚਨ ਤੇ ਆ ਜਾਓ ਸਿੱਧਾ। 11 ਦੇ ਵਿੱਚ ਨਾ ਕੀ ਕਹਿ ਰਿਹਾ ਹੈਗਾ, ਕਿਊਬੋਇਡ ਆ। ਪਹਿਲੀ ਗੱਲ ਤਾਂ ਕਿਊਬੋਇਡ ਦਾ ਵੋਲੀਅਮ ਹੁੰਦਾ ਹੈਗਾ, ਵੋਲੀਅਮ ਆਫ ਕਿਊਬੋਇਡ ਹੁੰਦਾ LBH। ਵੋਲੀਅਮ ਆਫ ਕਿਊਬੋਇਡ ਹੁੰਦਾ L/B/H। ਹੁਣ ਉਹਨਾਂ ਨੇ ਨਾ ਲੈਂਥ ਬੈਡਥ ਹਾਈਟ ਦੀ ਵੈਲਿਊ ਨਹੀਂ ਦਿੱਤੀ ਕੋਈ, ਉਹਨਾਂ ਦਾ ਨਾ ਕੋਈ ਆਪਾਂ ਨੂੰ ਰਿਲੇਸ਼ਨ ਬਣਾ ਕੇ ਦਿੱਤਾ। ਡੈਪਥ ਮਤਲਬ ਹਾਈਟ, ਕਿਊਬੋਇਡ ਦੀ ਡੈਪਥ ਤੇ ਹਾਈਟ ਨਾ ਦੋਨੋਂ ਸੇਮ ਚੀਜ਼ਾਂ ਹੁੰਦੀਆਂ ਨੇ, ਤੁਸੀਂ ਯਾਦ ਰੱਖਣਾ ਹੈਗਾ। ਤਾਂ ਉਹਨਾਂ ਨੇ ਕੀ ਰਿਲੇਸ਼ਨ ਦਿੱਤਾ ਹੋਇਆ ਆਪਾਂ ਨੂੰ, ਜਿੰਨਾ ਜਿੱਦਾਂ ਜਿੱਦਾਂ ਲਿਖਿਆ ਨਾ ਆਪਾਂ ਸਾਰਾ ਉੱਦਾਂ ਲਿਖਾਂਗੇ। ਹਾਈਟ ਹੈ ਜਿਹੜੀ ਉਹ ਕਹਿੰਦੇ ਨੇ 1/3 ਆਫ ਲੈਂਥ। ਦੇਖੋ ਪੂਰੇ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਹੈ ਜਿਹੜਾ ਕਿ ਡਿਫੀਕਲਟ ਲੈਵਲ ਦਾ ਨਹੀਂ, ਸਾਰੇ ਮੀਡੀਅਮ ਲੈਵਲ ਦੇ ਆਪਾਂ ਕਹਿ ਸਕਦੇ ਹਾਂਗੇ। ਥੋੜੇ ਜਿਹੇ ਲੈਂਥੀ ਜ਼ਰੂਰ ਨੇ, ਬਟ ਪੰਜਾਬ ਦੇ ਪੇਪਰਾਂ ਦੇ ਵਿੱਚ ਜ਼ਿਆਦਾ ਇੱਦਾਂ ਹੀ ਹੁੰਦਾ, ਕੁਐਸਚਨ ਥੋੜੇ ਜਿਹੇ ਲੈਂਥੀ ਜ਼ਰੂਰ ਹੁੰਦੇ ਆ, ਬਟ ਉਹਨਾਂ ਦਾ ਕੰਸੈਪਟ ਜਿਹੜਾ ਕਿ ਬੇਸਿਕ ਹੀ ਹੁੰਦਾ। ਤਾਂ ਜਿਹੜੀ ਹਾਈਟ ਜਾਂ ਡੈਪਥ ਆ ਉਹ 1/3 ਆਫ ਲੈਂਥ ਹੈ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈਗਾ, ਕਹਿੰਦੇ ਜਿਹੜੀ ਉਹਨਾਂ ਦੀ ਬ੍ਰੈਡਥ ਹੈ ਨਾ B ਹੈ, ਉਹ ਹੈਗੀ 1/2 ਆਫ ਮਤਲਬ ਮਲਟੀਪਲਾਈ 1/3 ਆਫ ਕੀ डिफरेंस बिटवीन लेंथ एंड डेप्थ, मतलब डिफरेंस बिटवीन लेंथ एंड डेप्थ, मतलब डेप्थ ਨੂੰ ਮੈਂ ਹਾਈਟ ਮੰਨਿਆ ਹੈ ਨਾ, ਇਦਾਂ ਆ ਜਾਏਗਾ। ਇਹ ਰਿਲੇਸ਼ਨ ਇੰਨਾ ਕੁ ਕੁਐਸਚਨ 'ਚ ਗਿਵਨ ਹੈਗਾ। ਹੁਣ ਕੀ ਕਰਨਾ ਹੈਗਾ, ਇਸ ਹਾਈਟ ਦੀ ਜਗ੍ਹਾ ਤੇ ਇਹ ਹਾਈਟ ਦੀ ਵੈਲਿਊ ਭਰ ਦਾਂਗੇ, ਤਾਂ ਕਿ ਆਪਣਾ ਸਾਰਾ ਕੁਐਸਚਨ ਜਿਹੜਾ ਨਾ L 'ਚ ਕਨਵਰਟ ਹੋ ਜੇ। L ਦੀ ਵੈਲਿਊ ਪੁੱਛੀ ਨਾ, ਤਾਂ ਸਾਰਾ B ਤੇ H ਨੂੰ ਆਪਾਂ L ਦੇ ਵਿੱਚ ਕਨਵਰਟ ਕਰ ਦਾਂਗੇ। ਤਾਂ L ਮਾਈਨਸ H ਦੀ ਜਗ੍ਹਾ ਤੇ ਰੱਖਾਂਗੇ ਆਪਾਂ, H ਦੀ ਜਗ੍ਹਾ ਤੇ ਨਾ ਇੱਥੇ ਰੱਖ ਦਿੰਨੇ ਆਪਾਂ 1/3L, L ਮਾਈਨਸ 1/3L। ਤਾਂ ਆਪਾਂ ਇਹਨੂੰ ਸੋਲਵ ਕਰਦੇ ਹਾਂ ਥੋੜ੍ਹਾ ਜਿਹਾ ਅੱਗੇ ਜਾ ਕੇ। 1/2 ਇੰਟੂ 1/3 ਇੰਟੂ 1 ਮਾਈਨਸ 1/3, 1 ਮਾਈਨਸ 1/3 ਕਿੰਨਾ ਹੁੰਦਾ 2/3L। ਠੀਕ ਹੈ, ਇਹ ਤਾਂ ਉੱਪਰ ਵਾਲੀ ਹੈ, ਇਹ 2 ਨਾਲ 2 ਕੈਂਸਲ ਹੋ ਜਾਊਗਾ। ਤਾਂ ਆਪਣੇ ਕੋਲੇ ਇਹਦੀ ਇਹ B ਦੀ ਵੈਲਿਊ ਚੱਲ ਰਹੀ ਹੈ ਨਾ, B ਦੀ ਵੈਲਿਊ ਕਿੰਨੀ ਆ ਜਾਏਗੀ L/9। ਹੁਣ ਤੁਸੀਂ ਇੱਕ ਚੀਜ਼ ਦੇ ਵਿੱਚੋਂ ਇਸ ਸਲਾਈਡ ਦੇ ਵਿੱਚ ਨੋਟ ਕਰ ਸਕਦੇ ਹੋ, ਮੈਂ ਉਹਨੂੰ ਰੈੱਡ ਕਰ ਦੇਣਾ। ਇੱਕ ਤਾਂ H ਦੀ ਵੈਲਿਊ ਆ ਗਈ 1/3L, ਤੇ ਇਧਰੋਂ B ਦੀ ਵੈਲਿਊ ਆ ਗਈ 1/9L। ਠੀਕ ਹੈ, ਇਹਨੂੰ ਮੈਂ ਨੈਕਸਟ 'ਚ ਲਿਖ ਦਾਂਗਾ। ਕੀ ਆ ਗਿਆ ਸੀ ਆਪਣੇ ਕੋਲੇ, H ਦੀ ਵੈਲਿਊ ਆ ਗਈ ਸੀਗੀ 1/3L, ਤੇ ਆਪਣੇ B ਦੀ ਵੈਲਿਊ ਆ ਗਈ ਸੀਗੀ 1/9L। H ਤੇ B ਦੋਨਾਂ ਦੀ ਆ, L ਦੀ ਫਾਰਮ 'ਚ ਆਂਸਰ ਆ ਗਿਆ। ਤਾਂ ਹੁਣ ਆਪਾਂ ਨੂੰ ਦਿੱਤਾ ਹੋਇਆ LBH, LBH ਦੀ ਵੈਲਿਊ ਮੈਨੂੰ ਦੇ ਰੱਖੀ ਨੇ 216। L ਤਾਂ ਪਹਿਲਾਂ ਹੀ L ਆ, ਹੁਣ ਤਾਂ ਕੀ ਚੇਂਜ ਕਰਾਂਗੇ, H ਦੀ ਜਗ੍ਹਾ ਤੇ 1/3L, B ਦੀ ਜਗ੍ਹਾ ਤੇ 1/9। ਚਲੋ ਜੀ ਲਿਖ ਦਿੰਦੇ ਆ ਫਿਰ ਆਪਾਂ ਇਹਨੂੰ, L ਇੰਟੂ B ਦੀ ਜਗ੍ਹਾ ਤੇ 1/9L। ਠੀਕ ਹੈ, ਕੈਪੀਟਲ ਸਮੋਲ ਸਾਰਾ ਸੇਮ ਹੀ ਚੀਜ਼ ਹੈਗੀ, ਉਲਝਣਾ ਨਹੀਂ ਇਹਦੇ 'ਚ। 1/3L ਇਜ਼ ਇਕੁਅਲ ਟੂ 216। ਤਾਂ ਇੱਥੋਂ ਆਪਾਂ ਇਹਨੂੰ ਜਦੋਂ ਆਪਾਂ ਕੈਲਕੂਲੇਸ਼ਨ ਕਰਾਂਗੇ ਤਾਂ L ਦੀ ਵੈਲਿਊ ਮੇਰੇ ਕੋਲ ਆ ਜਾਏਗੀ 18। ਕੈਲਕੂਲੇਸ਼ਨ ਪਾਰਟ ਅਗਰ ਕਿਸੇ ਨੂੰ ਨਹੀਂ ਪਤਾ ਚੱਲਿਆ ਤਾਂ ਤੁਸੀਂ ਕਮੈਂਟ ਦੇ ਵਿੱਚ ਪੁੱਛ ਸਕਦੇ ਹੋ। ਤਾਂ 11 ਦਾ ਆਂਸਰ ਆ ਜਾਏਗਾ C ਆਪਸ਼ਨ। ਕਲੀਅਰ ਹੋਇਆ ਸਾਰਿਆਂ ਨੂੰ? ਚਲੋ ਨੈਕਸਟ ਆ ਜਾਓ ਫਿਰ। ਨੈਕਸਟ ਹੈਗਾ ਆਪਣੇ ਕੋਲੇ 12th ਕੁਐਸਚਨ, ਟ੍ਰੇਨਸ ਵਾਲਾ। ਬਿਲਕੁਲ ਹੀ ਸਿੰਪਲ ਕੁਐਸਚਨ ਹੈਗਾ। 2 ਟ੍ਰੇਨਸ ਲੈਂਥ 130 ਤੇ 110। ਜਦੋਂ ਵੀ ਦੋ ਟ੍ਰੇਨਾਂ ਦੀ ਗੱਲ ਹੁੰਦੀ ਹੈ ਤਾਂ ਆਪਾਂ ਡਿਸਟੈਂਸ ਕੱਢਣ ਵੇਲੇ ਕੀ ਕਰਦੇ ਹਾਂ ਨਾ, ਦੋਨਾਂ ਦੀ ਲੈਂਥ ਐਡ ਕਰਦੇ ਨੇ। ਤਾਂ ਡਿਸਟੈਂਸ ਸਭ ਤੋਂ ਪਹਿਲਾਂ ਕੰਸੈਪਟ ਆ ਗਿਆ, ਡਿਸਟੈਂਸ ਕਿੰਨਾ ਹੋ ਜਾਊਗਾ, ਇਹ 130 ਪਲੱਸ 110। ਤਾਂ ਸਿੱਧਾ ਸਿੱਧਾ ਆਪਣੇ ਕੋਲੇ ਡਿਸਟੈਂਸ ਆ ਗਿਆ 240। ਡਿਸਟੈਂਸ ਦੀ ਵੈਲਿਊ ਆ ਗਈ 240। ਹੁਣ ਜਦੋਂ ਕਹਿੰਦੇ ਇੱਕ ਵਾਰੀ ਫਾਸਟ ਟ੍ਰੇਨ ਨੇ ਦੂਜੀ ਟ੍ਰੇਨ ਨੂੰ ਟੇਕਸ 1 ਮਿੰਟ ਟੂ ਪਾਸ, ਉਹਨੂੰ ਨਾ ਪਾਸ ਕਰ ਰਹੇ ਹੈਗੇ। ਜਦੋਂ ਸੇਮ ਡਾਇਰੈਕਸ਼ਨ ਜਾਂਦੇ ਆ ਉਦੋਂ ਪਾਸ ਕਰਦੇ ਨੇਗੇ, ਜਦੋਂ ਆਪੋਜ਼ਿਟ ਜਾਂਦੇ ਹੈਗੇ ਫਿਰ ਵੀ ਪਾਸ ਕਰਦੇ ਹੈਗੇ। ਤਾਂ ਜਦੋਂ ਵੀ ਦੋਨੋਂ ਟ੍ਰੇਨਾਂ ਇੱਕ ਦੂਜੇ ਨੂੰ ਪਾਸ ਕਰਦੀਆਂ ਨੇ ਤਾਂ ਆਪਾਂ ਲੈਂਥ ਹਮੇਸ਼ਾ ਐਡ ਕਰਦੇ ਹੈਗੇ। ਬਟ ਜਦੋਂ ਡਾਇਰੈਕਸ਼ਨ ਸੇਮ ਹੁੰਦੀ ਹੈ ਤਾਂ ਸਪੀਡ ਜਿਹੜੀ ਹੁੰਦੀ ਹੈ ਡਿਫਰੈਂਸ ਹੋ ਜਾਂਦਾ। ਤਾਂ ਜਦੋਂ ਫਸਟ ਕੰਡੀਸ਼ਨ ਦੇ ਅਕੋਰਡਿੰਗ ਚੱਲਦੇ ਹਾਂ ਆਪਾਂ, ਫਾਸਟ ਟ੍ਰੇਨ ਨੇ ਸਲੋਅਰ ਟ੍ਰੇਨ ਨੂੰ ਪਾਸ ਕੀਤਾ ਹੈਗਾ 1 ਮਿੰਟ ਦੇ ਵਿੱਚ। ਠੀਕ ਹੈ, ਇਹਦੀ ਆਪਾਂ ਇਕੁਏਸ਼ਨ ਬਣਾਉਂਦੇ ਹਾਂ। ਤਾਂ ਸਪੀਡ ਮਾਈਨਸ ਹੋ ਜੂਗੀ, ਕੀ ਲਿਖਾਂਗੇ S1 ਮਾਈਨਸ S2। ਸਪੀਡ ਕੀ ਹੁੰਦੀ ਹੈਗੀ, ਡਿਸਟੈਂਸ ਅਪੋਨ ਟਾਈਮ। ਹੁਣ ਡਿਸਟੈਂਸ ਕਿੰਨਾ ਇਹਦਾ 240। ਟਾਈਮ ਕਿੰਨਾ ਕਹਿੰਦੇ ਹੈਗੇ 1 ਮਿੰਟ, ਬਟ ਕੁਐਸਚਨ ਆ ਮੀਟਰ ਸੈਕਿੰਡ, ਤਾਂ 1 ਮਿੰਟ ਮਤਲਬ 60
ਸੈਕਿੰਡ। ਇਹਦੀ ਆਪਾਂ ਕਟਿੰਗ ਕਰ ਦਈਏ 4, ਤਾਂ S1 ਮਾਈਨਸ S2 ਦੀ ਵੈਲਿਊ ਹੈਗੀ 4। ਅਗਰ ਦੂਜਾ ਕੰਸੈਪਟ ਯੂਜ਼ ਕਰੀਏ, ਜਦੋਂ ਟ੍ਰੇਨਾਂ ਆਪੋਜ਼ਿਟ ਜਾ ਰਹੀਆਂ ਤਾਂ ਸਪੀਡ ਜਿਹੜੀ ਪਲੱਸ ਹੋ ਜਾਊਗੀ, S1 ਪਲੱਸ S2, ਸਪੀਡਸ ਪਲੱਸ ਹੋ ਜਾਣਗੀਆਂ, ਬਟ ਕੰਸੈਪਟ ਇਹ ਯੂਜ਼ ਹੋਊਗਾ ਡਿਸਟੈਂਸ ਅਪੋਨ, ਉਦੋਂ ਟਾਈਮ ਕਿੰਨਾ ਲੱਗਦਾ, ਉਦੋਂ ਟਾਈਮ ਲੱਗਦਾ ਉਹਨੂੰ 3 ਸਕਿੰਟ, ਉਦੋਂ ਟਾਈਮ ਲੱਗਦਾ ਉਹਨੂੰ 3 ਸੈਕਿੰਡ। ਧਿਆਨ ਰੱਖਣਾ ਪਹਿਲਾਂ 1 ਮਿੰਟ ਸੀਗਾ, ਹੁਣ 3 ਸੈਕਿੰਡਸ ਨੇ, ਇਹਦੇ ਵਿੱਚ ਬੜਿਆਂ ਨੇ ਮਿਸਟੇਕ ਕੀਤੀ ਹੋਣੀ ਹੈ, ਠੀਕ ਹੈ। ਯੂਨਿਟਸ ਦਾ ਪੂਰਾ ਧਿਆਨ ਰੱਖਣਾ। ਤਾਂ ਇੱਥੇ ਉਹਨੂੰ ਲੱਗੇ ਹੈਗੇ 80, ਸਪੀਡ ਦਾ ਡਿਫਰੈਂਸ ਆ ਗਿਆ 80। ਤਾਂ ਇੱਥੋਂ ਨਾ ਹੁਣ ਦੋਨੋਂ ਇਕੁਏਸ਼ਨ ਨੂੰ ਮੈਂ ਚੱਕੂੰਗਾ, S1 ਮਾਈਨਸ S2 ਦੀ ਵੈਲਿਊ 4, S1 ਪਲੱਸ S2 ਦੀ ਵੈਲਿਊ 80। ਕਲੀਅਰ ਹੈ। ਇਹਨੂੰ ਮੈਂ ਨੈਕਸਟ ਸਲਾਈਡ 'ਚ ਲਿਖਣ ਲੱਗਿਆ। S1 ਮਾਈਨਸ S2 ਦੀ ਵੈਲਿਊ ਆ ਗਈ ਸੀ ਆਪਣੇ ਕੋਲੇ 4, S1 ਪਲੱਸ S2 ਦੀ ਵੈਲਿਊ ਆ ਗਈ ਸੀ 80, ਠੀਕ ਹੈ। ਹੁਣ ਉਹਨਾਂ ਨੇ ਕੀ ਪੁੱਛਿਆ ਹੈਗਾ, ਸਪੀਡ ਆਫ ਫਾਸਟ ਟ੍ਰੇਨ। ਤਾਂ ਪਹਿਲੀ ਜਿਹੜੀ S1 ਉਹ ਫਾਸਟਰ ਹੋਏਗੀ। ਅਗਰ ਆਪਾਂ ਇਹਨਾਂ ਦੇ ਵਿੱਚੋਂ ਕੀ ਕਰਾਂਗੇ, ਐਡ ਕਰੀਏ S1 S2 ਕੱਟਿਆ ਜਾਊਗਾ, ਤਾਂ 2S1 ਦੀ ਵੈਲਿਊ ਆ ਗਈ 84, 1S1 ਦੀ ਵੈਲਿਊ ਆ ਜਾਏਗੀ ਆਪਣੇ ਕੋਲੇ 42। 42 ਮਤਲਬ B ਆਪਸ਼ਨ ਆਪਣਾ ਆਂਸਰ ਬਣ ਜਾਏਗਾ 12th ਕੁਐਸਚਨ ਦਾ। ਹਾਂਜੀ, ਕਲੀਅਰ ਹੋਇਆ ਨਾ ਸਾਰਿਆਂ ਨੂੰ। ਨੈਕਸਟ ਦੇਖੋ ਫਿਰ 13th ਤੇ ਆ ਜਾਓ। 13th ਕੁਐਸਚਨ ਹੈਗਾ ਏਜਿਸ ਦਾ। ਏਜਿਸ ਦਾ ਕੋਈ ਵੀ ਕੁਐਸਚਨ ਹੋਵੇ, ਆਪਾਂ ਬਾਈ ਯੂਜ਼ਿੰਗ ਰੇਸ਼ੋ ਆਪਾਂ ਇਹਨੂੰ ਸੋਲਵ ਕਰਾਂਗੇ। ਤਾਂ ਰੇਸ਼ੋ ਦੇ ਕੰਸੈਪਟ ਦੇ ਵਿੱਚ ਕੀ ਹੁੰਦਾ ਹੈ ਨਾ, ਆਪਾਂ ਇੱਥੇ ਲਿਖ ਦਿਆਂਗੇ ਪਾਸਟ ਤੇ ਪ੍ਰੈਜ਼ੈਂਟ। ਹਾਂਜੀ, ਪਾਸਟ ਦੀ ਰੇਸ਼ੋ ਕੀ ਬਣਦੀ ਹੈ ਇਹਦੀ, ਮੈਨੂੰ ਥੋੜਾ ਜਿਹਾ ਨੀਚੇ ਕਰਕੇ ਲਿਖ ਦਿੰਦਾ, ਪਾਸਟ ਪ੍ਰੈਜ਼ੈਂਟ। ਕੀ ਕੁਛ ਹੈ, ਇੱਕ ਵੂਮਨ ਹੈ, ਇੱਕ ਡਾਟਰ ਹੈ। ਇੱਧਰ ਮੰਨ ਲਓ ਵੂਮਨ, ਇੱਧਰ ਲਿਖ ਲਿਆ ਡਾਟਰ, ਠੀਕ ਹੈ। ਤੇ ਉਹਨਾਂ ਦੀ ਰੇਸ਼ੋ ਕੀ ਹੈ, ਵੂਮਨ ਹੈ 3 ਟਾਈਮਸ ਓਲਡਰ ਐਜ਼ ਡਾਟਰ, ਤਾਂ 3:1 ਬਣ ਜੂ। ਬਟ ਹੁਣ ਕਿੰਨੀ ਹੈ, 2:1 ਹੈ, ਠੀਕ ਹੈ। ਇਹ ਰੇਸ਼ੋ ਹੈਗੀ। ਹੁਣ ਅਗਰ ਆਪਾਂ ਰੇਸ਼ੋ ਦਾ ਕੰਸੈਪਟ ਯੂਜ਼ ਕਰੀਏ ਤਾਂ ਇੱਥੋਂ ਇੱਥੇ ਆਉਣ ਲਈ ਉਹਨਾਂ ਨੂੰ ਕਿੰਨੇ ਸਾਲ ਲੱਗੇ ਨੇ, 18 ਸਾਲ। ਇਹਦਾ ਮਤਲਬ ਵੂਮੈਨ ਦੇ ਵੀ 18 ਦਾ ਗੈਪ ਹੈ, ਡਾਟਰ ਦਾ ਵੀ 18 ਦਾ। ਜਦੋਂ ਉਹਨਾਂ ਦੇ ਸਾਲਾਂ ਦਾ ਸੇਮ ਗੈਪ ਹੈ ਤਾਂ ਉਹਨਾਂ ਦੇ ਪਾਰਟਸ ਦਾ ਵੀ ਸੇਮ ਹੋਣਾ ਚਾਹੀਦਾ। ਤਾਂ ਰੇਸ਼ੋ ਦੇ ਕੰਸੈਪਟ 'ਚ ਆਪਾਂ ਕੀ ਕਰ ਦਿਆਂਗੇ, ਜਦੋਂ ਇਹਨਾਂ ਦਾ ਵੀ ਡਿਫਰੈਂਸ ਸੇਮ, ਇਹਨਾਂ ਦਾ ਵੀ ਡਿਫਰੈਂਸ ਸੇਮ ਕਰਨਾ ਹੋਵੇ ਤਾਂ ਆਪਾਂ ਇੱਕ ਕੰਸੈਪਟ ਯੂਜ਼ ਕਰ ਦਿਆਂਗੇ, ਜੋ ਇਹ ਨੀਚੇ ਵਾਲੀ ਦੋਨੋਂ ਰੇਸ਼ੋ ਦਾ ਗੈਪ ਹੈ ਉਹਨੂੰ ਉੱਪਰ ਮਲਟੀਪਲਾਈ ਕਰ ਦਾਂਗੇ, ਜਿਹੜੇ ਉੱਪਰ ਵਾਲੀ ਰੇਸ਼ੋ ਦਾ ਗੈਪ ਆ ਉਹਨੂੰ ਨੀਚੇ ਮਲਟੀਪਲਾਈ ਕਰ ਦਾਂਗੇ। ਕੰਸੈਪਟ ਸਮਝ ਆਇਆ ਨਾ। ਤਾਂ ਮੈਂ ਰੇਸ਼ੋ ਨੂੰ ਦੁਬਾਰਾ ਲਿਖ ਰਿਹਾ। ਕੀ ਰੇਸ਼ੋ ਸੀਗੀ, ਉੱਪਰ ਸੀਗੀ 3:1, ਨੀਚੇ ਸੀਗੀ 2:1। ਹੁਣ ਆਪਾਂ ਇਹਦੀ ਗੈਪ ਸੇਮ ਕਰਨਾ, ਕਿਵੇਂ ਕਰਾਂਗੇ, ਨੀਚੇ ਦੋਨਾਂ ਦਾ ਗੈਪ ਹੈ ਕਿੰਨਾ, 1, ਤਾਂ ਉੱਪਰ 1 ਮਲਟੀਪਲਾਈ, ਉੱਪਰ ਗੈਪ 2 ਆ ਤਾਂ ਨੀਚੇ 2 ਮਲਟੀਪਲਾਈ। ਆਪਣੇ ਕੋਲੇ ਨਵੀਂ ਰੇਸ਼ੋ ਬਣ ਜੂਗੀ। ਉਹਨੇ ਨਵੀਂ ਰੇਸ਼ੋ ਕਿੰਨੀ ਬਣ ਗਈ, ਉੱਪਰ ਤਾਂ ਉਨੀ ਰਹਿ ਗਈ ਨਾ 3:1, ਨੀਚੇ ਕਿੰਨੀ ਬਣ ਗਈ 4:2। ਤਾਂ ਇੱਥੋਂ ਆਪਾਂ ਦੇਖ ਸਕਦੇ ਹਾਂ ਵੀ 3 ਤੋਂ 4 ਹੋ ਗਈ, 1 ਤੋਂ 2 ਹੋ ਗਈ। ਦੋਨੇ ਪਾਸੇ ਕਿੰਨਾ ਵਧਿਆ, ਦੋਨੇ ਪਾਸਿਆਂ ਜੀ ਆਪਣੇ ਕੋਲੇ ਇੱਕ ਪਾਰਟ ਇਨਕਰੀਜ਼ ਹੋਇਆ, ਬਟ ਇੱਕ ਪਾਰਟ ਕਿੰਨੇ ਸਾਲਾਂ ਕਰਕੇ ਇਨਕਰੀਜ਼ ਹੋਇਆ ਸੀਗਾ, ਇਹ ਕਿੰਨੇ ਸਾਲ ਦਾ ਗੈਪ ਹੈ ਪਾਸਟ ਤੇ ਪ੍ਰੈਜ਼ੈਂਟ ਦੇ ਵਿੱਚ, ਕੁਐਸਚਨ ਦਿੱਤਾ ਹੋਇਆ ਆਪਾਂ ਨੂੰ। ਤਾਂ ਇੱਕ ਪਾਰਟ ਕਰਕੇ 18 ਸਾਲ ਦਾ ਗੈਪ ਹੈ। ਹਾਂਜੀ, ਇੱਕ ਪਾਰਟ ਦੀ ਵੈਲਿਊ ਹੈਗੀ 18 ਸਾਲ। ਕੁਐਸਚਨ ਦੇ ਵਿੱਚ ਪੁੱਛਿਆ ਕੀ ਉਹਨਾਂ ਨੇ, ਕਹਿੰਦੇ ਸਮ ਆਫ ਪ੍ਰੈਜ਼ੈਂਟ ਏਜਿਸ ਆਫ ਵੂਮਨ ਐਂਡ ਡਾਟਰ। ਤਾਂ ਹੁਣ ਪ੍ਰੈਜ਼ੈਂਟ ਦੀ ਰੇਸ਼ੋ ਦੇਖੋ ਕਿਹੜੀ ਹੈਗੀ। ਹੁਣ ਜਿਹੜੀ ਇਹ ਰੇਸ਼ੋ ਹੈ ਇਹ ਪ੍ਰੈਜ਼ੈਂਟ ਦੀ ਹੈ ਨਾ, ਉੱਪਰ ਵਾਲੀ ਤਾਂ ਪਾਸਟ ਦੀ ਸੀਗੀ। ਦੋਨਾਂ ਦਾ ਆਪਾਂ ਨੂੰ ਸਮ ਪੁੱਛਿਆ 4 ਤੇ 2 6, ਤਾਂ 6 ਪਾਰਟ ਦੀ ਵੈਲਿਊ ਕੱਢਣੀ ਹੈ ਤਾਂ ਕਿੰਨਾ ਹੋ ਜਾਏਗਾ 18 × 6। ਦੇਖੋ ਸਮਝਾਉਣ ਲਈ ਕੁਐਸਚਨ ਥੋੜਾ ਲੈਂਥੀ ਹੁੰਦਾ ਜਾ ਰਿਹਾ, ਬਟ ਇਹ ਕੁਐਸਚਨ ਹੈ ਨਾ ਜਿਹੜੇ ਸਿਰਫ 30 ਸੈਕਿੰਡਸ ਦੇ ਕੁਐਸਚਨ ਸੀਗੇ। ਅਗਰ ਤੁਸੀਂ ਮਾਈਂਡ ਦੇ ਵਿੱਚ ਇਹਦੀ ਕੈਲਕੂਲੇਸ਼ਨ ਕਰਦੇ ਤਾਂ 18 × 6 ਹੁੰਦਾ 108। 108 ਇਹਦਾ ਆਂਸਰ ਆ ਜਾਏਗਾ ਡੀ ਆਪਸ਼ਨ 13th ਕੁਐਸਚਨ ਦਾ ਆਂਸਰ ਬਣਦਾ ਹੈ। ਨੈਕਸਟ ਆਪਣੇ ਕੋਲੇ ਇੱਕ ਉਹਨਾਂ ਨੇ DI ਪਾਈ ਹੈਗੀ। ਜਿਹੜੀ ਇਹਨਾਂ ਨੇ DI ਪਾਈ ਹੈ ਨਾ, ਬਿਲਕੁਲ ਹੀ ਬੇਸਿਕ ਲੈਵਲ ਦੀ DI ਹੈਗੀ। ਤਾਂ ਉਹਨੂੰ ਥੋੜਾ ਜਿਹਾ ਨਾ ਤਰੀਕੇ ਨਾਲ ਪੜ੍ਹਨ ਦੀ ਲੋੜ ਸੀਗੀ, ਹੋਰ ਕੁਝ ਵੀ ਨਹੀਂ ਇਹਦੇ 'ਚ। ਤਾਂ 14th ਕੁਐਸਚਨ ਦੇਖੋ, ਇਹਦੇ 'ਚ ਰੇਸ਼ੋ ਤੇ ਪਰਸੈਂਟੇਜ ਦੋਨੋਂ ਯੂਜ਼ ਹੋਏ ਨੇ। 14th ਕੁਐਸਚਨ ਪਹਿਲਾਂ ਤਾਂ ਆਪਾਂ ਟੇਬਲ ਦੇ ਵਿੱਚ ਦੇਖਦੇ ਹਾਂ ਆਪਾਂ ਨੂੰ ਕੀ ਦਿੱਤਾ ਹੋਏਗਾ। ਸਟੱਡੀ ਦਾ ਟੇਬਲ ਗਿਵਨ ਬਿਲੋ ਐਂਡ ਆਂਸਰ ਦਾ ਕੁਐਸਚਨਸ ਨੰਬਰ 14 15, ਠੀਕ ਹੈ। ਆਪਾਂ ਨੂੰ ਡਿਪਾਰਟਮੈਂਟ ਦੇ ਨਾਮ ਦਿੱਤੇ ਨੇ ਫਸਟ ਕਾਲਮ ਦੇ ਵਿੱਚ, ਫਿਰ ਦਿੱਤਾ ਨੰਬਰ ਆਫ EMPLOYEES, ਫਿਰ ਪਰਸੈਂਟੇਜ ਆਫ ਫੀਮੇਲ, ਫਿਰ ਪਰਸੈਂਟੇਜ ਆਫ ਮੇਲ।
ध्यान रखना ही उन्होंने परसेंटेज दी हुई है, ना कि नंबर ऑफ फीमेल मेल। ठीक है, इत्थे अपना थोड़ा जिहा कंसैप्ट सीगा कि परसेंटेज दी हुई है। चलो जी 14th क्वेश्चन देखते हैं की कह रहे हैं। वट इज़ द रेशो ऑफ नंबर ऑफ फीमेल्स इन EDP एंड अकाउंट्स डिपार्टमेंट्स। देखो सब तो पहला ना अपने माइंड ਦੇ ਵਿੱਚ ਇਹ ਹੁੰਦਾ ਵੀ ਆਪਾਂ ਨੇ EDP ਤੇ ਅਕਾਊਂਟਸ ਦੇ ਜਿਹੜੇ ਮੇਲ ਨੇਗੇ ਸੌਰੀ ਫੀਮੇਲ ਨੇ ਉਹਨਾਂ ਨੂੰ ਐਡ ਕਰ ਦਈਏ, ਬਟ ਇਹਦਾ ਨਹੀਂ ਕਰ ਸਕਦੇ। ਠੀਕ ਹੈ ਜੀ, ਸਿੱਧਾ ਨਹੀਂ ਐਡ ਕਰ ਸਕਦੇ ਪਰਸੈਂਟੇਜ ਨੂੰ, ਆਪਾਂ ਉਹਨਾਂ ਦੀ ਵੈਲਿਊਜ਼ ਫਾਈਂਡ ਕਰਕੇ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂਗੇ ਫੀਮੇਲਸ ਇਨ EDP। ਫੀਮੇਲਸ ਇਨ EDP। ਠੀਕ ਹੈ, EDP ਦੇ ਵਿੱਚ ਫੀਮੇਲਸ ਜਿਹੜੀਆਂ ਆਪਾਂ ਉਹਦੇ 'ਚ ਟੇਬਲ 'ਚ ਦੇਖਦੇ ਹਾਂ ਜਾ ਕੇ, EDP ਦੇ ਵਿੱਚ 45% ਫੀਮੇਲਸ ਨੇ 20 ਦੇ ਵਿੱਚੋਂ, ਤਾਂ 20 ਦੇ ਵਿੱਚੋਂ 45 ਨੇ। ਠੀਕ ਹੈ ਨਾ, ਜਦ 20% ਆਫ 45 ਕਰ ਲਓ ਜਾਂ 45% ਆਫ 20 ਕਰ ਲਓ, ਤਾਂ ਮੈਂ ਸਿੱਧਾ ਇਹਦਾ ਡਾਇਰੈਕਟ ਲਿਖ ਰਿਹਾ ਵੀ ਇਹ ਬਣ ਜਾਣਗੇ 9 ਫੀਮੇਲਸ ਇਨ EDP 9। ਫਿਰ ਫੀਮੇਲਸ ਇਨ ਅਕਾਊਂਟਸ ਦੇ ਵਿੱਚ ਟੋਟਲ ਹੈਗੇ ਨੇ 50, ਉਹਦੇ 'ਚ ਫੀਮੇਲ ਹੈਗਾ 60%, ਤਾਂ 50 ਦਾ 60% ਕਰਾਂਗੇ ਫੀਮੇਲਸ ਇਨ ਅਕਾਊਂਟ। 50 ਦਾ ਜਦੋਂ 60% ਕਰਾਂਗੇ 30 ਹੋ ਜਾਏਗਾ, ਤਾਂ ਟੋਟਲ ਫੀਮੇਲਸ ਆਪਣੇ ਕੋਲ ਹੈਗੀਆਂ 39। ਠੀਕ ਹੈ, ਇਹ ਜੇ ਫਸਟ ਲਾਈਨ ਦਾ ਆਂਸਰ ਆਏਗਾ। ਠੀਕ ਹੈ, ਇਹਨਾਂ ਦੀ ਰੇਸ਼ੋ ਕਾਹਦੇ ਨਾਲ ਫਾਈਂਡ ਕਰਨੀ ਹੈ, ਮੇਲਸ ਇਨ ਸੇਮ ਡਿਪਾਰਟਮੈਂਟ। ਠੀਕ ਹੈ, ਫੀਮੇਲ ਦੀ ਗੱਲ ਹੋ ਗਈ। ਹੁਣ ਮੇਲਸ ਇਨ EDP, ਜੋ ਮੈਂ ਬੋਲ ਰਿਹਾ ਨੂੰ ਧਿਆਨ ਨਾਲ ਸਮਝੋ, ਮੈਂ ਲਿਖ ਘੱਟ ਰਿਹਾ, ਬੋਲ ਦੇ ਕੇ ਜ਼ਿਆਦਾ ਸਮਝਾ ਰਿਹਾ। ਠੀਕ ਹੈ ਨਾ, ਬੋਲਣ ਤੇ ਵੀ ਧਿਆਨ ਰੱਖੋ, ਸੁਣ ਵੀ ਲਿਆ ਕਰੋ ਕਿ ਬੋਲ ਕੀ ਰਿਹਾ ਮੈਂ। ਮੇਲਸ ਇਨ ਡਿਪਾਰਟਮੈਂਟ ਸੇਮ ਡਿਪਾਰਟਮੈਂਟ ਟੂਗੈਦਰ, ਤਾਂ ਚਲੋ ਮੈਂ ਲਿਖ ਹੀ ਦਿੰਦਾ ਨੈਕਸਟ ਸਲਾਈਡ ਦੇ ਵਿੱਚ। ਇਹਨੂੰ ਯਾਦ ਰੱਖਿਓ 39 ਸੀਗੀਆਂ ਫੀਮੇਲਸ ਸੀਗੀਆਂ 39। ਚਲੋ ਮੇਲਸ ਇਨ EDP, ਹਾਂਜੀ ਟੇਬਲ 'ਚ ਜਾਓ, ਮੇਲਸ ਇਨ EDP ਦੇ ਵਿੱਚ 55% ਮੇਲ ਨੇ 20 ਦੇ ਵਿੱਚੋਂ, 20 ਦਾ 55% ਕਰਾਂਗੇ ਤਾਂ ਇਹ 11 ਹੋ ਜਾਣਗੇ। ਫਿਰ ਮੇਲਸ ਇਨ ਅਕਾਊਂਟਸ, ਹਾਂਜੀ ਅਕਾਊਂਟ ਦੇ ਵਿੱਚ ਮੇਲਸ ਕਿੰਨੇ ਨੇ, ਫਿਰ ਜਾਓ ਭੱਜ ਕੇ ਟੇਬਲ ਦੇ ਵਿੱਚ, ਮੇਲ 40% ਨੇ 50 ਦੇ ਵਿੱਚੋਂ, ਤਾਂ ਕਿੰਨੇ ਰਹਿਣਗੇ 20, ਤਾਂ ਟੋਟਲ ਮੇਲ ਕਿੰਨੇ ਹੋ ਗਏ 31। ਹੁਣ ਉਹਨਾਂ ਨੇ ਰੇਸ਼ੋ ਕਾਹਦੀ ਪੁੱਛਿਆ, ਫੀਮੇਲ ਟੂ ਮੇਲ, ਟੋਟਲ ਫੀਮੇਲ ਕਿੰਨੇ ਹੋ ਗਏ ਸੀਗੇ 39, ਮੇਲਸ 31। ਠੀਕ ਹੈ, 39 ਰੇਸ਼ੋ 31, ਇਹ ਆਪਸ਼ਨ ਆ ਜਾਏਗੀ 14 ਦਾ। ਕਲੀਅਰ ਹੋਇਆ ਨਾ, ਬਿਲਕੁਲ ਹੀ ਸਿੰਪਲ ਸੀਗਾ, ਥੋੜਾ ਜਿਹਾ ਪਰਸੈਂਟੇਜ ਤੇ ਥੋੜਾ ਜਿਹਾ ਰੇਸ਼ੋ, ਦੋਨੇ ਚੀਜ਼ਾਂ ਕਰ ਲਈਆਂ, ਉਸ ਤੋਂ ਬਾਅਦ ਬਸ ਬੱਲੇ ਬੱਲੇ ਤੁਹਾਡੀ। ਫਿਰ ਚਲੋ ਲਾਸਟ ਕੁਐਸਚਨ ਤੇ ਆ ਜਾਈ ਕੁਆਂਟ ਦੇ 15th ਤੇ। 15th ਕੁਐਸਚਨ ਦੇ ਵਿੱਚ ਕੀ ਰਿਹਾ, ਵਟ ਇਜ਼ ਦਾ ਰੇਸ਼ੋ ਆਫ ਨੰਬਰ ਆਫ ਫੀਮੇਲਸ ਇਨ ਸੇਲਸ ਡਿਪਾਰਟਮੈਂਟ ਟੂ ਨੰਬਰ ਆਫ ਫੀਮੇਲਸ ਇਨ ਪ੍ਰੋਡਕਸ਼ਨ। ਬਿਲਕੁਲ ਹੀ ਸੇਮ ਕੁਐਸਚਨ ਡਿਟੋ। ਚਲੋ ਕੀ ਕਹਿ ਰਹੇ ਹੈਗੇ, ਫੀਮੇਲ ਇਨ ਸੇਲਸ, ਫੀਮੇਲ ਇਨ ਸੇਲਸ। ਚਲੋ ਇਹ ਟੇਬਲ 'ਚ ਫਿਰ ਫੀਮੇਲ 60% ਹੈ 200 ਚੋਂ, ਤਾਂ ਕਿੰਨੀ ਹੋਣਗੇ 120। ਪਰਸੈਂਟੇਜ ਤਾਂ ਤੁਸੀਂ ਕਰ ਲਓਗੇ ਨਾ, ਇਹ 'ਚ ਕਿਸੇ ਨੂੰ ਪ੍ਰੋਬਲਮ ਹੈ ਨਾ ਤਾਂ ਕਮੈਂਟ ਦੇ ਵਿੱਚ ਦੱਸ ਦਿਓ, ਮੈਂ ਤੁਹਾਨੂੰ ਪਰਸੈਂਟੇਜ ਤੇ ਰੇਸ਼ੋ ਦੇ ਬੇਸਿਕ ਵੀਡੀਓਜ਼ ਦਾ ਲਿੰਕ ਤੁਹਾਨੂੰ ਮੈਂ ਸ਼ੇਅਰ ਕਰ ਦੂੰਗਾ। ਵੈਸੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਵੀਡੀਓ ਦੇ ਪਿਆ ਹੈਗਾ ਪਰਸੈਂਟੇਜ ਤੇ ਰੇਸ਼ੋ ਦੇ, ਜਿਹਨੂੰ ਵੀ ਪ੍ਰੋਬਲਮ ਆ ਰਹੀ ਹੈ ਨਾ ਕਿ ਇੱਦਾਂ ਇਹ ਕੀ ਕਰਤਾ ਮੈਂ ਵੀ 60% ਜਾਂ 40% ਕਿਵੇਂ ਕਰ ਰਿਹਾ ਹੈਗਾ, ਤਾਂ ਤੁਸੀਂ ਇਹ ਕਮੈਂਟ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਅਗਰ ਕਿਸੇ ਨੂੰ ਕੋਈ ਪ੍ਰੋਬਲਮ ਹੈ। ਨੈਕਸਟ ਅਗਰ ਆਪਾਂ ਗੱਲ ਕਰੀਏ, ਉਹਨਾਂ ਨੇ ਕੀ ਕਿਹਾ ਹੋਰ ਆਪਾਂ ਨੂੰ, ਨੈਕਸਟ ਲਾਈਨ ਪੜ੍ਹ ਦਿਆਂਗੇ, ਫੀਮੇਲਸ ਇਨ ਪ੍ਰੋਡਕਸ਼ਨ, ਦੋਨਾਂ ਦੇ ਵਿੱਚ ਫੀਮੇਲ ਦੀ ਗੱਲ ਕੀਤੀ ਹੈ, ਇਸ ਚੀਜ਼ ਦਾ ਧਿਆਨ ਰੱਖਿਓ, ਮੇਲਸ ਦੀ ਗੱਲ ਹੀ ਨਹੀਂ ਕੀਤੀ ਇਹਨਾਂ ਨੇ। ਪ੍ਰੋਡਕਸ਼ਨ 'ਚ ਆ ਜਾਓ, 55% ਆਫ 400 ਫੀਮੇਲਸ ਇਨ ਪ੍ਰੋਡਕਸ਼ਨ, 55% ਆਫ 400 ਕੀਤਾ ਤਾਂ ਇਹ ਬਣ ਜੂਗਾ ਆਪਣੇ ਕੋਲੇ 220। ਹਾਂਜੀ ਦੋਨੇ ਨੰਬਰ ਆ ਗਏ। ਹੁਣ ਉਸ ਤੋਂ ਬਾਅਦ ਤਾਂ ਉਹਨਾਂ ਦੀ ਰੇਸ਼ੋ ਕੱਢਣੀ, ਹੋਰ ਕੁਝ ਵੀ ਨਹੀਂ ਕਰਨਾ। ਕਿਵੇਂ ਕੱਢਾਂਗੇ, 120 ਰੇਸ਼ੋ 220, ਕੱਟ ਦੋ ਇਹਨੂੰ ਫਿਰ, 6 ਦੂਣੀ 12, 11 ਦੂਣਾ 22, ਤਾਂ 6:11। ਬੀ ਆਪਸ਼ਨ ਇਹਦਾ ਆਨਸਰ ਬਣਦਾ। ਤਾਂ ਦੇਖੋ ਕੁਆਂਟ ਦਾ ਜਿਹੜਾ ਪੋਰਸ਼ਨ ਸੀਗਾ ਬਿਲਕੁਲ ਹੀ ਬੇਸਿਕ ਲੈਵਲ ਦਾ ਸੀ, ਕੰਸੈਪਟ ਜਿਹੜੇ ਸੀਗੇ ਸਾਰੇ ਬਿਲਕੁਲ ਬੇਸਿਕ ਲੈਵਲ ਦੇ ਸੀਗੇ। ਥੋੜਾ ਜਿਹਾ ਪ੍ਰੋਬਲਮ ਕਿੱਥੇ ਆਉਂਦੀ ਹੈ, ਥੋੜੀ ਜਿਹੀ ਲੈਂਥੀ ਨੇ, ਲੈਂਥੀ ਵੀ ਅਗਰ ਤੁਸੀਂ ਪ੍ਰੈਕਟਿਸ ਕਰੋਗੇ ਤਾਂ ਕੈਲਕੂਲੇਸ਼ਨ ਕੁਝ ਵੀ ਨਹੀਂ ਹੈਗੀ, ਥੋੜੀ ਜਿਹੀ ਕੈਲਕੂਲੇਟਿਵ ਪਾਰਟ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਸੀ, ਬਟ ਪੇਪਰ ਦਾ ਲੈਵਲ ਜਿਹੜਾ ਕਿ ਬਿਲਕੁਲ ਹੀ ਬੇਸਿਕ ਲੈਵਲ ਦਾ ਸੀਗਾ। ਤੁਸੀਂ ਬਿਲਕੁਲ ਬੇਸਿਕ ਜੇ ਕੰਸੈਪਟ ਕਰਕੇ ਕੁਆਂਟ ਦੇ ਕੁਐਸਚਨਸ ਦੇ ਵਿੱਚੋਂ ਪੂਰੇ ਨੰਬਰ ਜਿਹੜੇ ਕਿ ਸਕੋਰ ਕਰ ਸਕਦੇ ਸੀ। ਤਾਂ ਤੁਸੀਂ ਕੁਐਸਚਨ ਸਾਰੇ ਆਪਣੇ ਜਿਹੜੇ ਅਟੈਂਪਟ ਕਰਕੇ ਆਏ ਇਹਦੇ ਨਾਲ ਆਨਸਰ ਮੈਚ ਕਰ ਸਕਦੇ ਹੋ। ਔਰ ਕਿਸੇ ਨੂੰ ਵੀ ਕੋਈ ਵੀ ਦਿੱਕਤ ਹੈਗੀ ਹੈ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਦੱਸ ਸਕਦੇ ਹੋਗੇ, ਕੋਈ ਚੱਕਰ ਨਹੀਂ ਹੈਗਾ। ਠੀਕ ਹੈ ਜੀ, ਓਕੇ, ਥੈਂਕ ਯੂ ਵੈਰੀ ਮਚ।